हरि राय हर कृष्ण गुरु तेग बहादुर दसवें गोबिंद सिंह गुरु नमो चरण हर जिसमें अमृत ज्ञान है मानक भगत गुरु ग्रंथ साहिब उदद बंदों कार्य अनुराग अहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप हो तुम कथा हम ना सकत कर सिफत तुम्हारी आप हो तुम कथा सुधारी। श्री वाहिगुरु साहिब जी दोहरा सुन सतगुर के वाक वर कृपा सने रस साथ नमो करी तह समो उठ चलियो निकट गिरनाथ। वाहिगुरु जी का खालसा वाहिगुरु जी की फतेह। परम सन्मानयोग गुरु की साजी नवाजी हुई गुरु खालसा साध संगत जी, आप जी ने पिछले प्रकरणा विच कथा सरवण कीती है। कलगीधर पातशाह महाराज भंगाणी दा जंग जित के श्री पौंटा साहब तो चाले मार के श्री आनंदपुर साहब आ पहुंचे हैं और इत्थे बड़ियां रौनकां लगियां, बड़ियां संगतां दर्शनां लई आईयां। राजे भीम चंद नूं भी पता लगा कि श्री गुरु गोबिंद सिंह महाराज कलगीधर पातशाह जी आनंदपुर साहब आ गए हैं और रोज सिंह मारा बकारा करते हैं और शिकार खेडन चढ़ते हैं, घाह पट्ठा आदि लुट मार करके ले जाते हैं। सो राजा भीम चंद हुण गुरु साहब दे नाल लड़न दी स्थिति विच नहीं है, इस करके उन्हें सुलह सफाई वाला रस्ता कढ़िया। अपने वकील नूं श्री आनंदपुर साहब भेजिया भी सतगुरु जी महाराज नूं बेनती करो कि सानू अपने दर्शनां दा मौका देण। वकील आनंदपुर साहब आया, गुरु साहब नूं नमस्कार कीती। राजे भीम चंद वालों बेनती कीती कि महाराज राजा भीम चंद पिछलियां गल्लां भुला के गुरु घर दे नाल संधि करनी चाहुंदा है, प्रेम प्यार बनाना चाहुंदा है। कलगीधर पातशाह कहन लगे बिगाड़ भी राजे ने आप ही पाया सी, साडा कोई प्रयोजन नहीं सी। सो जे राजा भीम चंद इस तरह गुरु घर दे नाल प्रेम नाल पेश आवेगा ਤਾਂ ਅਸੀਂ भी ਬਾਹਾਂ पसार के मिलांगे, क्योंकि साडा किसे नाल वैर नहीं, ना को बैरी नहीं बेगाना सगल संग हमको बण आई। इस तो अगली कथा प्रेम नाल सरवण करिए। ਜਦੋਂ ਵਕੀਲ ਨੇ ਜਾ ਕੇ ਰਾਜੇ ਭੀਮ ਚੰਦ ਨੂੰ ਗੁਰੂ ਸਾਹਿਬ ਦਾ ਮੈਸੇਜ ਦਿੱਤਾ ਔਰ ਰਾਜਾ ਭੀਮ ਚੰਦ ਫਿਰ ਦੁਬਾਰਾ ਸਤਿਗੁਰਾਂ ਦੇ ਦਰਸ਼ਨਾਂ ਲਈ ਕਿਵੇਂ ਆਇਆ, ਉਹ ਕਥਾ ਸਰਵਣ ਕਰੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। दोहरा सुन सतगुर के वाक वर श्री कलगीधर पातशाह जी महाराज दे पावन पवित्र बचन सुन के कृपा सने रस साथ ਇਹ ਕਿਰਪਾ ਤੇ ਰਸ ਦੇ ਪਿਆਰ ਦੇ ਬੜੇ ਬਚਨ ਸਨ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਕੀਲ ਨੂੰ ਕਹੇ ਹਨ। ਕਰੀ ਤੇ ਸਮੂਹ ਉੱਠ ਉਸ ਵਕੀਲ ਨੇ ਉੱਠ ਕੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ ਨਿਕਟ ਗਿਰਨਾਥ ਔਰ ਵਕੀਲ ਵਾਪਸ ਰਾਜਾ ਭੀਮ ਚੰਦ ਕੋਲ ਬਿਲਾਸਪੁਰ ਨੂੰ ਚਲਾ ਗਿਆ ਹੈ। ਬਿਤ ਬਾਜ ਪੈ ਰੂੜ ਕਰ ਜਾਨਗਤ ਮੂੜ ਔਰ ਕਹਿੰਦੇ ਉਹ ਘੋੜੇ ਤੇ ਸਵਾਰ ਹੋ ਕੇ ਸੱਚੇ ਪਾਤਸ਼ਾਹ ਜੀ ਦੀ ਸਾਰੀ ਗੱਲ ਨੂੰ ਗੰਭੀਰਤਾ ਨਾਲ ਸਮਝ ਕੇ ਗੁਰੂ ਗੁਣ ਰੂੜ ਕੋ ਵਿਚਾਰਤ ਸਿਧਾਰਿਓ ਹੈ। ਮਹਾਰਾਜ ਦੇ ਸੁੰਦਰ ਗੁਣਾਂ ਦੀ ਵਿਚਾਰ ਕਰਦਾ ਹੋਇਆ ਉਹ ਵਕੀਲ ਵਾਪਸ ਬਿਲਾਸਪੁਰ ਚਲਾ ਗਿਆ ਹੈ। ਰਾਤ ਕਾਲ ਗਇਓ ਭੀਮ ਚੰਦ ਕੋ ਮਿਲਤ ਭਇਓ ਔਰ ਉਸੇ ਵੇਲੇ ਜਾ ਕੇ ਰਾਜਾ ਭੀਮ ਚੰਦ ਨੂੰ ਮਿਲਿਆ ਹੈ। ਜੇਤਕ ਪ੍ਰਸੰਗ ਥਿਓ ਸਕਲ ਉਚਾਰਿਓ ਹੈ। ਜਿਹੜਾ ਬਚਨ ਸ੍ਰੀ ਆਨੰਦਪੁਰ ਸਾਹਿਬ ਕਲਗੀਧਰ ਜੀ ਨਾਲ ਕੀਤਾ ਸੀ, ਜਾਂ ਜੋ ਸਤਿਗੁਰੂ ਦਸਵੇਂ ਪਾਤਸ਼ਾਹ ਨੇ ਵਕੀਲ ਨੂੰ ਜਵਾਬ ਦਿੱਤਾ ਸੀ, ਉਹ ਸਾਰੀਆਂ ਗੱਲਾਂ ਉਸ ਵਕੀਲ ਨੇ ਭੀਮ ਚੰਦ ਨੂੰ ਦਸੀਆਂ ਹਨ। ਆਪ ਹੈ ਕਿਰਪਾਲ ਨਹਿ ਬਕਰਤਾ ਕੋ ਖਿਆਲ ਕੁਛ ਦੇਖੋ ਰਾਜਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਖੁਸ਼ ਹਨ। ਉਹਨਾਂ ਦੇ ਮਨ ਵਿੱਚ ਤੁਹਾਡੇ ਪ੍ਰਤੀ ਕੋਈ ਮਨ ਵਿੱਚ ਮਾੜਾ ਖਿਆਲ ਨਹੀਂ ਹੈ।
ਉਹਨਾਂ ਦਾ ਹਿਰਦਾ ਸਰਲ ਸਾਫ਼ ਹੈ। ਉਹ ਜੇ ਤੁਹਾਡੇ ਮਨ ਵਿੱਚ ਵੀ ਕੋਈ ਟੇਢਾਪਣ ਨਾ ਹੋਵੇ ਤਾਂ ਗੁਰੂ ਸਾਹਿਬ ਤੁਹਾਨੂੰ ਗੱਲ ਲਾਉਣ ਲਈ ਤਿਆਰ ਹਨ। ਚਾਲੀਏ ਉਤਾਲ ਸਭ ਕਾਰਜ ਸੁਧਾਰਿਓ ਹੈ। हे ਰਾਜਾ ਜੀ, ਮੈਂ ਸਾਰਾ ਕੰਮ ਠੀਕ ਕਰ ਆਇਆ ਹਾਂ। ਬੜੇ ਸੋਹਣੇ ਢੰਗ ਨਾਲ ਗੁਰੂ ਸਾਹਿਬ ਨਾਲ ਗੱਲਬਾਤ ਹੋਈ ਹੈ। ਤੁਸੀਂ ਹੁਣ ਛੇਤੀ ਨਾਲ ਚੱਲ ਕੇ 10ਵੇਂ ਪਾਤਸ਼ਾਹ ਨਾਲ ਮੁਲਾਕਾਤ ਕਰ ਲਵੋ। ਆਨੰਦਪੁਰ ਸਾਹਿਬ ਚੱਲ ਕੇ ਆਨੰਦ ਬਿਲੰਦ ਹੋਏ ਰਹਿਓ ਹੈ ਆਨੰਦਪੁਰ। ਆਨੰਦਪੁਰ ਸਾਹਿਬ 'ਚ ਆਨੰਦ ਦੇ ਬਾਜੇ ਵੱਜ ਰਹੇ ਨੇ। ਬੜੀਆਂ ਖੁਸ਼ੀਆਂ ਹੋ ਰਹੀਆਂ ਨੇ। ਹਜ਼ਾਰਾਂ ਸੰਗਤਾਂ ਰੋਜ਼ ਮੱਥਾ ਟੇਕਣ ਆਉਂਦੀਆਂ ਨੇ। ਹਜ਼ਾਰਾਂ ਸੰਗਤਾਂ ਰੋਜ਼ ਉੱਥੇ ਰਹਿੰਦੀਆਂ ਨੇ ਤੇ ਇਸ ਗੁਰੂ ਦੀਆਂ ਫੌਜਾਂ ਦਾ ਵੀ ਕੋਈ ਪਾਰਾਵਾਰ ਨਹੀਂ ਹੈ ਤੇ ਸੰਗਤਾਂ ਦਾ ਵੀ ਕੋਈ ਹਿਸਾਬ ਨਹੀਂ ਹੈ। ਬੜਾ ਹੀ ਆਨੰਦ ਮੰਗਲ ਹੈ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ। ਜਿਤ ਕਿਤ ਵੀਰ ਬ੍ਰਿੰਦ ਦਾਲ ਕੇ ਨਿਹਾਰਿਓ ਹੈ। ਮੈਂ ਜਿੱਧਰ ਵੇਖਦਾ ਸੀ ਗੁਰੂ ਗੋਬਿੰਦ ਸਿੰਘ ਦੇ ਨੌਜਵਾਨ ਗੱਭਰੂ ਯੋਧੇ ਘੋੜਿਆਂ ਤੇ ਚੜੇ ਹੋਏ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹੀ ਨਜ਼ਰ ਆਉਂਦੇ ਸਨ। ਥਾਂ ਥਾਂ ਤੇ ਗੁਰੂ ਦੀਆਂ ਫੌਜਾਂ ਉਤਰੀਆਂ ਹੋਈਆਂ ਸਨ। ਜਨੇ ਜਮੇਲ ਗਨ ਵੀਰਨ ਸਕੇਲ ਕਰ। ਕਹਿੰਦੇ ਤੁਸੀਂ ਆਪਣੇ ਸਾਰੇ ਯੋਧਿਆਂ ਨੂੰ ਇਕੱਠੇ ਕਰ ਲਓ। ਸਾਰੇ ਸੂਰਮਿਆਂ ਨੂੰ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਚੱਲ ਕੇ ਮਿਲੋ। ਗੁਰੂ ਹਰਿ ਖਾਏ ਕੈ ਹਰਖ ਨਿਜ ਧਾਰੀਏ। ਗੁਰੂ ਗੋਬਿੰਦ ਸਿੰਘ ਜੀ ਨੂੰ ਖੁਸ਼ ਕਰ ਲਵੋ। ਉਹਦੇ ਨਾਲ ਤੁਹਾਨੂੰ ਵੀ ਬੜੀਆਂ ਭਾਰੀਆਂ ਖੁਸ਼ੀਆਂ ਮਿਲ ਜਾਣਗੀਆਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜੇ ਮਹਾਰਾਜ ਦੀ ਖੁਸ਼ੀ ਮਿਲ ਗਈ ਫਿਰ ਸਾਰੀਆਂ ਹੀ ਖੁਸ਼ੀਆਂ ਮਿਲ ਜਾਣਗੀਆਂ। ਕਰਾਮਾਤ ਸਾਹਿਬ ਸੁਜਾਨ ਕੋ ਸੁਜਾਨ ਮਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਾਰੀਆਂ ਕਰਾਮਾਤਾਂ ਦਾ ਮਾਲਕ ਸਮਝੋ। ਵੰਦਨਾ ਚਰਨ ਕਰ ਬਿਨਤ ਉਚਾਰੀਏ। ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਬੇਨਤੀ ਕਰੋ। ਆਪਨੋ ਅਸ਼ੇਸ਼ ਦੇਸ ਹੋਤ ਜੋ ਕਲੇਸ਼ ਵੇਸ। ਆਪਣੇ ਦੇਸ਼ ਵਿੱਚ ਆਪਣੀ ਰਿਆਸਤ ਵਿੱਚ ਜਿਹੜਾ ਕਲੇਸ਼ ਲੜਾਈ ਝਗੜਾ ਰੋਜ਼ ਹੁੰਦਾ ਹੈ ਉਹ ਦੂਰ ਹੋ ਜਾਏਗਾ ਜੇ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਸੰਧੀ ਕਰ ਲਵਾਂਗੇ। ਗੋਪਤਾ ਵਿਸ਼ੇਸ਼ ਬਾਣ ਨੀਕੇ ਹੀ ਉਬਾਰੀਏ। ਕਹਿੰਦੇ ਇਹ ਗੱਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਚੰਗੀ ਤਰ੍ਹਾਂ ਬਹਿ ਕੇ ਵਿਚਾਰ ਲਈਏ, ਆਪਣਾ ਇਲਾਕਾ ਬਚਾ ਲਈਏ। ਵੈਸ਼ ਗੁਣ ਲੇਸ਼ ਧਾਰ ਮੁਦਤ ਹਮੇਸ਼ ਰਹੋ। ਕਹਿੰਦੇ ਮਨ ਵਿੱਚ ਦਵੈਸ਼ ਨਾ ਰੱਖੋ, ਈਰਖਾ ਨਾ ਰੱਖੋ, ਸਦਾ ਹੀ ਪ੍ਰਸੰਨ ਰਹੋਗੇ ਰਾਜਾ ਜੀ। ਮਾਨੋ ਉਪਦੇਸ਼ ਕੋ ਕਪਟ ਨਿਰਵਾਰੀਏ। ਗੁਰੂ ਮਹਾਰਾਜ ਦਾ ਉਪਦੇਸ਼ ਆਪਣੇ ਮਨ 'ਚ ਵਸਾ ਲਓ ਤੇ ਮਨ ਵਿੱਚ ਬੇਈਮਾਨੀ, ਧੋਖਾ, ਕਪਟ ਨਾ ਰੱਖੋ। ਸੁਨ ਕੈ ਵਕੀਲ ਤੇ ਸੁਸ਼ੀਲ ਕੋ ਸ਼ਬੀਲੋ ਰੂਪ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਸਰੂਪ ਬਾਰੇ ਵਕੀਲ ਨੇ ਦੱਸਿਆ ਵੀ ਆਪ ਜੀ ਨੇ ਦਰਸ਼ਨ ਕੀਤੇ ਹੀ ਨੇ ਕਿ ਕਲਗੀਧਰ ਜੀ ਕਿੰਨੇ ਸੁੰਦਰ ਸਰੂਪ ਗੁਣਾਂ ਦੀ ਖਾਨ ਹਨ। ਭੂਪਤ ਹਠੀਲੋ ਹੱਠ ਤਿਆਗ ਤਤ ਕਾਲ ਕੋ। ਮਹਾਰਾਜ ਦੇ ਬਾਰੇ ਮਹਾਰਾਜ ਵੱਲੋਂ ਇਸ ਤਰ੍ਹਾਂ ਦੀ ਗੱਲਬਾਤ ਸੁਣ ਕੇ ਰਾਜਾ ਭੀਮ ਚੰਦ ਨੇ ਵੀ ਆਪਣਾ ਹੱਥ ਤਿਆਗ ਦਿੱਤਾ। ਉਸੇ ਵੇਲੇ ਜਿਹੜੀ ਰਾਜਿਆਂ ਵਾਲੀ ਜਿੱਦ ਲਾਈ ਬੈਠਾ ਸੀ ਵੀ ਮੈਂ ਗੁਰੂ ਮਹਾਰਾਜ ਤੋਂ ਆਪਣੀ ਈਨ ਮਨਾਣੀ ਹੈ, ਉਹ ਜਿਹੜੀ ਗੱਲ ਸੀ ਹੁਣ ਰਾਜੇ ਨੇ ਆਪਣੇ ਮਨ ਵਿੱਚੋਂ ਕੱਢ ਦਿੱਤੀ ਹੈ। ਭੇਟਨ ਸਕੇਲ ਕਰ ਚਾੜਿਓ ਗੱਜ ਪੇਲ ਕਰ। ਕਹਿੰਦੇ ਬੜੀਆਂ ਸੋਹਣੀਆਂ ਭੇਟਾਵਾਂ ਤੋਹਫੇ 10ਵੇਂ ਪਾਤਸ਼ਾਹ ਨੂੰ ਭੇਟਾ ਕਰਨ ਦੇ ਲਈ ਲੈ ਕੇ ਰਾਜਾ ਉਸੇ ਵੇਲੇ ਹੀ ਹਾਥੀ ਤੇ ਸਵਾਰ ਹੋਇਆ ਹੈ। ਅਰਜਨ ਕੁਮੇਲ ਕਰ ਧਾਰਤ ਉਤਾਲ ਕੋ। ਔਰ ਆਪਣੀਆਂ ਫੌਜਾਂ ਲੈ ਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਦੇ ਲਈ ਆਨੰਦਪੁਰ ਸਾਹਿਬ ਵੱਲ ਚੱਲਣ ਦੀ ਤਿਆਰੀ ਕਰ ਰਿਹਾ ਹੈ। ਮਾਰਗ ਪਿਆਨ ਕਰ ਆਨੰਦਪੁਰ ਕੋ ਥਾਨ। ਕਹਿੰਦੇ ਸਾਰੇ ਪੈਂਡੇ ਨੂੰ ਤੈਅ ਕਰਕੇ ਆਨੰਦਪੁਰ ਸਾਹਿਬ ਆ ਗਿਆ। ਆਨ ਕਰ ਉਤਰਿਓ ਮਹਾਨ ਮਹਿ ਪਾਲ ਕੋ। ਰਾਜੇ ਦੀਆਂ ਫੌਜਾਂ, ਰਾਜੇ ਦਾ ਡੇਰਾ, ਭੀਮ ਚੰਦ ਸਾਰਾ ਆਪਣਾ ਲਾਓ ਲਸ਼ਕਰ ਲੈ ਕੇ ਅੱਗੇ ਤੇ ਗੁਰੂ ਕਿਆਂ ਨਾਲ ਲੜਨ ਆਇਆ ਸੀ, ਹੁਣ ਗੁਰੂ ਸਾਹਿਬ ਤੋਂ ਆਪਣੀ ਭੁੱਲ ਬਖਸ਼ਾਣ ਆਇਆ ਹੈ। ਕੋ ਸੁਨਤ ਸੁਧ ਲੈ ਬੇਤ ਆਨੰਦ ਚੰਦ। ਜਦੋਂ ਰਾਜਾ ਭੀਮ ਚੰਦ ਆਇਆ ਹੈ ਉਹਦੀ ਖਬਰਸਾਰ ਲੈ ਕੇ ਉਹਦੇ ਖਾਣੇ ਬਣ ਦਾ, ਉਹਦੇ ਘੋੜਿਆਂ ਦੇ ਘਾਹ ਪੱਠੇ ਦਾ, ਉਹਦੇ ਡੇਰੇ ਦਾ ਬੰਦੋਬਸਤ ਕਰਨ ਲਈ 10ਵੇਂ ਪਾਤਸ਼ਾਹ ਨੇ ਦੀਵਾਨ ਆਨੰਦ ਚੰਦ ਦੀ ਡਿਊਟੀ ਲਾਈ ਹੈ। ਭੇਜੋ ਸ੍ਰੀ ਗੋਬਿੰਦ ਸਿੰਘ ਰਾਜਨੀਤ ਚਾਲਕੋ। ਮਹਾਰਾਜ ਰਾਜਨੀਤੀ ਦੇ ਵੀ ਪੰਡਤ ਸਨ। ਰਾਜਨੀਤੀ ਦੀ ਚਾਲ ਵੀ ਇਹੀ ਹੈ ਵੀ ਜੇ ਦੁਸ਼ਮਣ ਵੀ ਘਰ ਆ ਜਾਵੇ ਤਾਂ ਉਹਦੇ ਨਾਲ ਮਾੜਾ ਸਲੂਕ ਨਹੀਂ ਕਰੀਦਾ, ਉਹਨੂੰ ਜਲ ਪਾਣੀ ਪੁੱਛੀਦਾ ਹੈ,
ਉਹਦਾ ਮਾਣ ਸਨਮਾਨ ਕਰੀਦਾ, ਉਹਨੂੰ ਪਿਆਰ ਨਾਲ ਬਿਠਾਈਦਾ ਹੈ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਜਾਂ ਵਾਲੇ ਸਤਿਗੁਰੂ ਜੀ ਨੇ ਰਾਜਾ ਭੀਮ ਚੰਦ ਦਾ ਸਨਮਾਨ ਸਵਾਗਤ ਕਰਨ ਲਈ ਦੀਵਾਨ ਆਨੰਦ ਚੰਦ ਦੀ ਡਿਊਟੀ ਲਾਈ ਹੈ। ਖਾਨ ਪਾਨ ਦਾਨ ਤ੍ਰਿਣ ਦੀਨਸ ਵਿਸ਼ਾਲ ਤਪ। ਦੀਵਾਨ ਆਨੰਦ ਚੰਦ ਜੀ ਡਰੌਲੀ ਮੋਗੇ ਦੇ ਇਲਾਕੇ ਦੇ ਰਹਿਣ ਵਾਲੇ ਭਾਈ ਉਮਰ ਸ਼ਾਹ ਦੇ ਪੋਤਰੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼੍ਰੋਮਣੀ ਜਰਨੈਲ ਸਨ ਤੇ ਮਸੰਦ ਸਨ। ਆਪ ਜੀ ਨੇ ਜਾ ਕੇ ਰਾਜੇ ਭੀਮ ਚੰਦ ਦਾ ਸਨਮਾਨ ਕੀਤਾ ਹੈ। ਉਹਦੇ ਘੋੜਿਆਂ ਲਈ ਘਾਹ ਪੱਠਾ, ਉਹਦੇ ਰਹਿਣ ਸਹਿਣ ਦਾ ਵਧੀਆ ਬੰਦੋਬਸਤ ਕੀਤਾ ਹੈ। ਪਾਛਲੇ ਪਹਿਰ ਠਹਿਰਾਇਓ ਮੇਲੇ ਆਵਲੋ। ਮਹਾਰਾਜ ਨੇ ਰਾਜੇ ਨੂੰ ਕਹਿ ਘੱਲਿਆ ਵੀ ਸ਼ਾਮ ਦੇ ਦੀਵਾਨਾਂ ਵਿੱਚ ਅਸੀਂ ਤੁਹਾਨੂੰ ਮਿਲਾਂਗੇ। ਪਿਛਲੇ ਪਹਿਰ ਦਾ ਦੀਵਾਨ ਜਦੋਂ ਲੱਗੇਗਾ ਉਦੋਂ ਰਾਜੇ ਨਾਲ ਸਾਡੀ ਮੁਲਾਕਾਤ ਹੋਵੇਗੀ। ਜੀਆ ਕੋ ਪਾਨ ਕਰ ਸੋਚ ਤਨ ਠਾਨ ਕਰ। ਸਤਿਗੁਰੂ ਪਾਤਸ਼ਾਹ ਦੁਪਹਿਰ ਤੋਂ ਬਾਅਦ ਦੇਗਾਂ ਛਕ ਕੇ ਤਿਆਰ ਪਰ ਤਿਆਰ ਹੋਏ ਨੇ, ਸ਼ੌਚ ਇਸ਼ਨਾਨ ਕੀਤਾ ਹੈ। ਬਹੁਰ ਇਸ਼ਨਾਨ ਕਰ ਪੋਸ਼ਿਸ਼ ਮੰਗਾਵਨੋ। ਫਿਰ ਇਸ਼ਨਾਨ ਕਰਕੇ ਨਵਾਂ ਸੁੰਦਰ ਪੁਸ਼ਾਕਾ ਮੰਗਵਾਇਆ ਹੈ। ਸੁੰਦਰ ਪਹਿਰ ਕਰ ਭੂਖਨ ਰਤਨ ਜਰ। ਬੜੇ ਸੁੰਦਰ ਬਸਤਰ ਸ਼ਸਤਰ ਸਜਾਏ ਹਨ, ਬੜੇ ਕੀਮਤੀ ਗਹਿਣੇ ਪਾਏ ਹਨ। ਹਰ ਸ਼ਮ ਸ਼ੇਰ ਸਾਮ ਸ਼ੇਰ ਹੈ ਦਿਖਾਵਨੋ। ਬੱਬਰ ਸ਼ੇਰ ਵਰਗੇ 10ਵੇਂ ਪਾਤਸ਼ਾਹ ਮਹਾਰਾਜ ਗਾਤਰੇ ਸ਼ਮਸ਼ੇਰ ਪਹਿਨੀ ਹੈ, ਸ੍ਰੀ ਸਾਹਿਬ ਸਜਾਈ ਹੈ। ਠੁਰ ਕੁਦੰਡ ਭੁਜ ਦੰਡ ਕੇ ਸਕੰਦ ਧਰ। ਔਰ ਬੜਾ ਭਾਰੀ 9 ਟੰਕਾ ਧਨੁष ਮੋਢੇ ਉੱਤੇ ਰੱਖਿਆ ਹੈ। ਖਨ ਖਤੰਗ ਕੀਨ ਪਾਨ ਮੈਂ ਫਿਰਾਵਨੋ। ਔਰ ਤੀਰਾਂ ਦਾ ਪੱਥਾ ਵੀ ਕੱਸਿਆ ਹੈ ਤੇ ਇੱਕ ਤੀਰ ਆਪਣੇ ਹੱਥ ਵਿੱਚ ਲੈ ਕੇ ਕਦੀ ਸੱਜੇ ਔਰ ਕਦੀ ਖੱਬੇ ਘੁਮਾਉਂਦੇ ਹਨ। ਤੇਰੀ ਗਵਨ ਪਗ ਪੰਕਜ ਰਵਨ ਚੱਲੋ। ਮਹਾਰਾਜ ਬੱਬਰ ਸ਼ੇਰ ਦੀ ਚਾਲ ਚੱਲਦੇ ਹੋਏ ਬਾਬਾ ਕਿਸ ਸਥਾਨ ਮੈਂ ਪਿਆਨ ਆਪ ਕੀਨਿਓ। ਜਿੱਥੇ ਦੀਵਾਨ ਲੱਗਦਾ ਹੈ ਉੱਥੇ ਆ ਗਏ ਨੇ। ਦੀਵਾਨ ਸਥਾਨ ਵਿੱਚ ਆ ਕੇ ਬਿਰਾਜੇ ਹਨ ਬਾਜਾਂ ਵਾਲੇ ਸਤਿਗੁਰੂ ਜੀ। ਕੰਚਨ ਸਿੰਘਾਸਨ ਪੈ ਬੈਠੇ ਸੁਖ ਆਸਨ ਸੋ। ਸੋਨੇ ਦੇ ਪਲੰਗ ਉੱਤੇ, ਸੋਨੇ ਦੇ ਸਿੰਘਾਸਣ ਉੱਤੇ ਸਤਿਗੁਰੂ ਸੁਖ ਆਸਣ ਹੋ ਕੇ ਬੈਠੇ ਹਨ। ਇਕਟ ਸਰਾਸਨ ਟਿਕਾਏ ਦ੍ਰਿੜ ਲੀਨਿਓ। ਔਰ ਤੀਰ ਕਮਾਨ ਆਪਣੇ ਕੋਲ ਰੱਖ ਲਿਆ ਹੈ। ਚੌਰਦਾਰ ਚੌਰ ਚਾਰ ਚਾਰ ਦੇਸ਼ ਢੋਰ ਕਰ। ਕਹਿੰਦੇ ਚੌਰਦਾਰ ਮਹਾਰਾਜ ਦੇ ਸੀਸ ਤੇ ਬੜਾ ਸੁੰਦਰ ਚੌਰ ਚਾਰੇ ਪਾਸੇ ਢੁਲਾਉਂਦੇ ਹਨ। ਉਹਬਾ ਕੋ ਵਢਾਵੇ ਸਮ ਕਿਰਨੋ ਕੀ ਚੀਨਿਓ। ਜਿਵੇਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਇਵੇਂ ਸੱਚੇ ਪਾਤਸ਼ਾਹ ਦਾ ਜਾਹੋ ਜਲਾਲ ਹੈ। ਫਰਸ਼ ਅਨੇਕ ਰੰਗ ਸਜੋ ਸਭ ਬਿਉਂਤ ਸੰਗ। ਰੰਗ ਰੰਗ ਦੇ ਗਲੀਚੇ, ਫਰਸ਼, ਕਾਲੀਨ, ਦਰੀਆਂ ਗੁਰੂ ਦੇ ਦਰਬਾਰ 'ਚ ਵਿਛੀਆਂ ਹੋਈਆਂ ਹਨ। ਸਭਾ ਮੈਂ ਸੁਗੰਧਤਾ ਕੀ ਗੰਗ ਛੋਰ ਦੀਨਿਓ। ਔਰ ਦਰਬਾਰ ਦੇ ਵਿੱਚ ਸੁਗੰਧੀ ਵਾਲੇ ਪਰਫਿਊਮ, ਕੇਸਰ, ਚੰਦਨ ਆਦਿਕ ਦਾ ਛਿੜਕਾਓ ਕੀਤਾ ਗਿਆ ਹੈ। ਆਨੰਦ ਚੰਦ ਕਰ ਬੰਦਨਾ ਕੋ ਦਇਆ ਰਾਮ। ਦੀਵਾਨ ਆਨੰਦ ਚੰਦ ਜੀ ਆ ਗਏ ਨੇ ਤੇ ਪੰਡਿਤ ਦਇਆ ਰਾਮ ਜੀ ਨੇ ਆ ਕੇ ਨਮਸਕਾਰ ਕੀਤੀ ਹੈ। ਉਹਦਾ ਮਹਾਵੀਰ ਤੀਨ ਭਰਾਤ ਤੇਰੇ ਥਾਨ ਮੈਂ। ਇਹ ਪੰਡਿਤ ਦਇਆ ਰਾਮ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪ੍ਰੋਹਤ ਹਨ ਤੇ 3 ਮਹਾਰਾਜ ਦੀ ਭੂਆ ਦੇ ਪੁੱਤਰ ਮਾਰੀ ਚੰਦ, ਗੁਲਾਬ ਰਾਏ ਤੇ ਗੰਗਾ ਰਾਮ ਹਨ। ਬ੍ਰਿੰਦ ਜੇ ਮਸੰਦ ਧਨ ਸੰਜਤ ਬਿਨੰਦ ਢੀਲ। ਗੁਰੂ ਘਰ ਦੇ ਮਸੰਦ ਜਿਨ੍ਹਾਂ ਦੇ ਬੜੇ ਬੜੇ ਵੱਡੇ ਕੱਦ ਹਨ ਔਰ ਬੜੇ ਕੀਮਤੀ ਚੋਲੇ ਉਹਨਾਂ ਨੇ ਪਾਏ ਹੋਏ ਹਨ। 6-6 ਫੁੱਟੇ ਮਸੰਦ ਤੇ ਵੱਡੀਆਂ ਵੱਡੀਆਂ ਗੋਗੜਾਂ ਛੱਡੀਆਂ ਹੋਈਆਂ ਤੇ ਚਿਹਰੇ ਲਾਲ ਸੁਰਖ ਗੋਲ ਦਸਤਾਰਾਂ ਸਿਰ ਤੇ ਬੰਨੀਆਂ ਹਨ। ਗਲ ਵਿੱਚ ਸੋਨੇ ਦੇ ਕੈਂਠੇ ਪਾਏ ਹਨ, ਕੜੇ ਪਾਏ ਹਨ। ਗੁਰੂ ਘਰ ਦੇ ਮਸੰਦ ਬੜੇ ਧਨੀ ਹਨ। ਬੈਠੇ ਜਥਾ ਜੋਗ ਸਭ ਆਨ ਕੈ ਦੀਵਾਨ ਮੈਂ। ਆਪਣੀ ਆਪਣੀ ਥਾਂ ਤੇ ਗੁਰੂ ਘਰ ਦੇ ਮਸੰਦ ਆ ਕੇ ਬੈਠ ਗਏ ਹਨ। ਐਂਠਦਾਰ ਵੀਰ ਬਾਰ ਧਾਰ ਕੈ ਸਰੀਰ ਚੀਰ। ਔਰ ਗੁਰੂ ਘਰ ਦੇ ਸੂਰਮੇ 6-6 ਫੁੱਟੇ ਨੌਜਵਾਨ ਸ਼ਸਤਰਧਾਰੀ ਸਿੱਖ ਐਂਠਦਾਰ ਸੁੰਦਰ ਦੁਮਾਲੇ ਚਲਾ ਕੇ ਔਰ ਸ਼ਸਤਰ ਬਸਤਰ ਸਜਾ ਕੇ ਆਏ ਸੁਧ ਸੋਨ ਧਾਰ ਆਇਓ ਦੁਖ ਪਾਨ ਮੈਂ। ਔਰ ਰਾਜੇ ਦੇ ਆਉਣ ਦੀ ਖਬਰ ਪਾ ਕੇ ਗੁਰੂ ਸਾਹਿਬ ਦੇ ਦੀਵਾਨ 'ਚ ਸਾਰੇ ਹੀ ਸ਼ਸਤਰਧਾਰੀ ਸਜ ਧਜ ਕੇ ਬੈਠੇ ਹਨ। ਚਲੋ ਕਿਰਪਾਲ ਬਹੁ ਜੋਧਾ ਜਿਸ ਨਾਲ ਆਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ ਦੇ ਨਾਲ ਉਹਨਾਂ ਦੀ ਫੌਜ ਦੇ ਜਥੇਦਾਰ ਸੂਰਮੇ ਯੋਧੇ ਚੱਲ ਕੇ ਆਏ ਹਨ। ਧੀਰਜ ਵਿਸਾਲ ਔਰ ਬਖਨ ਬਖਾਨ ਮੈਂ। ਮਾਮਾ ਕਿਰਪਾਲ ਚੰਦ ਜੀ ਬੜੇ ਧੀਰਜ ਵਾਲੇ, ਬੜੇ ਹੌਸਲੇ ਵਾਲੇ
ਤੇ ਗੱਲਬਾਤ ਕਰਨ ਵਿੱਚ ਵੀ ਬੜੇ ਚਤੁਰ ਤੇ ਨਿਪੁੰਨ ਔਰ ਸਿਆਣੇ ਬੰਦੇ ਹਨ। ਭੇਜਿ ਚੂਬਦਾਰ ਲਿਆਓ ਭੂਪ ਕੋ ਹਕਾਰ ਅਬ। ਜਦੋਂ ਮਾਮਾ ਕਿਰਪਾਲ ਜੀ ਵੀ ਆ ਗਏ, ਦੀਵਾਨ ਨੰਦ ਚੰਦ, ਪੰਡਤ ਦਇਆ ਰਾਮ ਜੀ ਔਰ ਗੁਰੂ ਸਾਹਿਬ ਦੀ ਸਭਾ 'ਚ ਸਾਰੇ ਵੱਡੇ ਛੋਟੇ ਮਸੰਦ, ਗੁਰੂ ਦੀ ਫੌਜ ਦੇ ਜਰਨੈਲ ਅਤੇ ਸੰਗਤਾਂ ਆ ਕੇ ਬੈਠ ਗਈਆਂ, ਦੀਵਾਨ ਸਜ ਗਿਆ। ਤਾਂ ਮਹਾਰਾਜ ਨੇ ਆਪਣੇ ਚੋਬਦਾਰ ਨੂੰ ਭੇਜਿਆ ਕਿ ਜਾਓ ਰਾਜੇ ਭੀਮ ਚੰਦ ਨੂੰ ਲੈ ਕੇ ਆਓ। ਆਏ ਕੇ ਰਜਾਏ ਤਾਤਕਾਲ ਤਾਹੇ ਆਨਿਓ। ਗੁਰੂ ਸਾਹਿਬ ਦਾ ਚੋਬਦਾਰ ਮਹਾਰਾਜ ਦੀ ਆਗਿਆ ਪਾ ਕੇ ਰਾਜੇ ਭੀਮ ਚੰਦ ਦੇ ਡੇਰੇ ਗਿਆ ਔਰ ਉਸ ਨੂੰ ਦੱਸਿਆ ਵੀ ਸਤਿਗੁਰੂ ਜੀ ਦਾ ਦਰਬਾਰ ਸਜ ਗਿਆ ਹੈ, ਰਾਜਾ ਜੀ ਚੱਲ ਕੇ ਦਰਸ਼ਨ ਕਰ ਲਓ। ਰਾਜਾ ਅੱਗੇ ਹੀ ਤਿਆਰ ਹੋ ਕੇ ਬੈਠਾ ਸੀ, ਉਸੇ ਵੇਲੇ ਚੱਲ ਪਿਆ। ਵੀਰਨ ਵਜੀਰਨ ਕੋ ਸੰਗ ਲੈ ਬਹੀਰ ਬਹ। ਆਪਣੇ ਨਾਲ ਆਪਣੇ ਮੰਤਰੀ ਮੰਡਲ ਨੂੰ, ਆਪਣੇ ਵਜ਼ੀਰਾਂ ਨੂੰ, ਆਪਣੇ ਸੂਰਬੀਰ ਯੋਧਿਆਂ ਨੂੰ ਲੈ ਕੇ ਮਾਨ ਭੀਮ ਚੰਦ ਨੇ ਪ੍ਰਣਾਮ ਪਾਗ ਠਾਨਿਓ। ਸ੍ਰੀ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਹਾਜ਼ਰੀ ਭਰੀ ਹੈ ਤੇ ਰਾਜਾ ਭੀਮ ਚੰਦ ਮਹਾਰਾਜ ਦੇ ਚਰਨਾਂ ਤੇ ਝੁਕਿਆ, ਮੱਥਾ ਟੇਕਿਆ ਹੈ ਅਨਪ ਅਕੋਰਨ ਕੋ ਹੱਥ ਜੋਰ ਪ੍ਰਭੂ ਔਰ ਮਹਾਰਾਜ ਦੇ ਵੱਲ ਹੱਥ ਜੋੜ ਕੇ ਉਹਨੇ ਪ੍ਰੇਮ ਭੇਟਾਵਾਂ ਗੁਰੂ ਸਾਹਿਬ ਨੂੰ ਅਰਪਣ ਕੀਤੀਆਂ ਹਨ। ਐਸੇ ਸੋ ਬਿਲੋਕ ਮੂਦ ਪ੍ਰਸ਼ਨ ਬਖਾਨਿਓ। ਔਰ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਆਪਣੀਆਂ ਭੇਟਾਵਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖ ਕੇ ਰਾਜਾ ਭੀਮ ਚੰਦ ਬੈਠ ਗਿਆ ਹੈ। ਆਪਕੀ ਕਿਰਪਾ ਤੇ ਮੋਖ ਕੁਸ਼ਲ ਕਲਿਆਣ ਸਭ। ਤੇ ਸਤਿਗੁਰੂ ਜੀ ਨੇ ਪੁੱਛਿਆ, ਸੁਣਾਓ ਰਾਜਾ ਜੀ, ਸਿਹਤ ਕਿਵੇਂ ਹੈ, ਪਰਿਵਾਰ ਕਿਵੇਂ ਹੈ? ਸਾਧ ਸੰਗਤ ਜੀ ਕੈਸੇ ਦਿਆਲੂ ਹਨ ਕਿ ਉਹੀ ਰਾਜਾ ਜਿਹੜਾ ਕੁਝ ਦਿਨ ਪਹਿਲਾਂ ਗੁਰੂ ਸਾਹਿਬ ਨਾਲ ਭੰਗਾਣੀ ਦਾ ਜੰਗ ਕਰਵਾ ਕੇ ਹਟਿਆ ਹੈ, ਉਸੇ ਨੂੰ ਮਹਾਰਾਜ ਉਹਦਾ ਹਾਲ ਚਾਲ ਪੁੱਛ ਰਹੇ ਨੇ ਤੇ ਕਹਿਣ ਲੱਗਾ, ਮਹਾਰਾਜ ਆਪ ਕੀ ਕਿਰਪਾ ਤੇ ਮੋਕੋ ਕੁਸ਼ਲ ਕਲਿਆਣ ਸਭ। ਤੁਹਾਡੀ ਕਿਰਪਾ ਨਾਲ ਮੇਰੇ ਘਰ ਵਿੱਚ ਸਾਰੇ ਸੁੱਖ ਹਨ। ਲੱਭ ਦਰਸ ਤੇ ਹਰ ਖੋਰ ਮਾਨਿਓ। ਅੱਜ ਆਪ ਜੀ ਦੇ ਦਰਸ਼ਨ ਹੋ ਗਏ ਨੇ, ਹੋਰ ਖੁਸ਼ੀਆਂ ਹੋ ਗਈਆਂ ਨੇ। ਜਿਹੜੇ ਦੁੱਖ ਰਹਿੰਦੇ ਸਨ ਉਹ ਵੀ ਦਰਸ਼ਨ ਕਰਕੇ ਦੂਰ ਹੋ ਗਏ ਨੇ। ਗੁਰੂ ਜੀ ਕਰਾਮਾਤ ਸਾਹਿਬ ਅਜਾਇਬ ਚਰਿੱਤਰ ਤੁਮ। ਮਹਾਰਾਜ ਤੁਸੀਂ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ, ਤੁਹਾਡੀਆਂ ਤਾਕਤਾਂ, ਤੁਹਾਡੀ ਵਡਿਆਈ, ਤੁਹਾਡੀ ਮਹਿਮਾ ਦਾ ਕੋਈ ਪਾਰਾਵਾਰ ਨਹੀਂ ਹੈ। ਫੇਰ ਮਨ ਦੇ ਤੋ ਕਿ ਫੇਰ ਮਨ ਲੈ ਤੋ। ਮਹਾਰਾਜ ਤੁਸੀਂ ਬੰਦੇ ਦਾ ਮਨ ਫੇਰ ਦਿੰਦੇ, ਜਦੋਂ ਚਾਹੋ ਆਪਣੇ ਨਾਲ ਜੋੜ ਲਓ ਤੇ ਜਦੋਂ ਚਾਹੋ ਬੰਦੇ ਦੇ ਮਨ 'ਚ ਦੂਜੇ ਖਿਆਲ ਪਾ ਦਿਓ। ਫੇਰ ਮਨ ਦੇਤ ਹੋ, ਬੰਦੇ ਦਾ ਮਨ ਆਪਣੇ ਵੱਲੋਂ ਮੋੜ ਦਿੰਦੇ ਹੋ। ਆਪਣੇ ਸੇਵਕਾਂ ਨੂੰ ਵੀ ਕਈ ਵਾਰ ਮਹਾਰਾਜ ਤੁਸੀਂ ਬੇਮੁਖ ਬਣਾ ਦਿੰਦੇ ਹੋ ਤੇ ਫੇਰ ਮਨ ਲੈ ਤੋ ਤੇ ਬੇਮੁਖ ਹੋਇਆਂ ਦਾ ਮਨ ਫੇਰ ਮੋੜ ਕੇ ਆਪਣਾ ਬਣਾ ਲੈਂਦੇ ਹੋ। ਤੁਹਾਡੀ ਮਹਿਮਾ ਦਾ ਕੋਈ ਪਾਰਾਵਾਰ ਨਹੀਂ ਹੈ ਸਤਿਗੁਰੂ ਜੀ। ਮੋਤੇ ਅਪਰਾਧ ਭਇਓ ਭੂਲ ਕੈ ਅਸਾਧ ਥਇਓ। ਮਹਾਰਾਜ ਮੇਰੇ ਤੋਂ ਬੜੀ ਮਾੜੀ ਗੱਲ ਹੋ ਗਈ ਹੈ ਜੋ ਮੈਂ ਆਪ ਜੀ ਨਾਲ ਵੈਰ ਵਿਰੋਧ ਕਰ ਬੈਠਾ ਹਾਂ। ਭੁੱਲ ਹੋ ਗਈ ਹੈ, ਮੈਂ ਅਪਰਾਧ ਕੀਤਾ ਹੈ, ਭੁੱਲ ਕੀਤੀ ਹੈ, ਗਲਤੀ ਕੀਤੀ ਹੈ। ਆਦਿਕ ਉਪਾਦ ਕੀਓ ਦ્વੈਸ਼ ਬੇਨ ਹੇਤੋ। ਬਿਨਾਂ ਕਿਸੇ ਮਤਲਬ ਦੇ ਮੈਂ ਤੁਹਾਡੇ ਨਾਲ ਮਹਾਰਾਜ ਜੀ ਵੈਰ ਵਿਰੋਧ ਕਰ ਬੈਠਾ ਹਾਂ ਔਰ ਜੰਗ ਜੁੱਧ ਕਰਵਾਇਆ ਹੈ। ਉਹ ਜਿਹੜੀ ਲੜਾਈ ਭੰਗਾਣੀ ਜਾਂ ਦੇ ਮੈਦਾਨ ਵਿੱਚ ਹੋਈ ਹੈ ਤੁਹਾਡੇ ਨਾਲ, ਮੇਰੀ ਗਲਤੀ ਕਰਕੇ ਹੋਈ ਹੈ, ਉਹਦਾ ਹੁਣ ਮੈਂ ਪਛਤਾਵਾ ਕਰ ਰਿਹਾ ਹਾਂ। ਰਾਵਰੂ ਬਿਰਧ ਬਖਸ਼ਿੰਦ ਸੁਨਿਓ ਬ੍ਰਿੰਦ ਹੂੰ ਤੇ। ਆਪ ਜੀ ਦੀ ਵਡਿਆਈ ਸੁਣੀ ਹੈ ਵੀ ਤੁਸੀਂ ਬਖਸ਼ਿੰਦ ਹੋ, ਸਦ ਬਖਸ਼ਿੰਦ, ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਓ ਇਹ ਬਾਰੀ। ਮਹਾਰਾਜ ਆਪ ਜੀ ਕਿਰਪਾ ਦੇ ਸਾਗਰ ਹੋ, ਬਖਸ਼ੋ ਖਿਮਾ ਕੇ ਨਿਧ ਕਰੁਣਾ ਨਿਕੇਤ ਹੋ। हे ਮਹਾਰਾਜ ਤੁਸੀਂ ਕਰੁਣਾ ਦੇ ਘਰ ਹੋ, ਕਿਰਪਾ ਕਰੋ ਮੈਨੂੰ ਮਾਫ ਕਰ ਦਿਓ, ਬਖਸ਼ ਕਰਕੇ ਮੇਰੀਆਂ ਭੁੱਲਾਂ ਆਪਣੇ ਚਰਨਾਂ ਨਾਲ ਮੈਨੂੰ ਜੋੜ ਲਵੋ। ਰਾਖੀਏ ਸ਼ਰਨ ਤੁਮ ਤਾਰਨ ਤਰਨ ਰੂਪ। ਮਹਾਰਾਜ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਓ, ਤੁਸੀਂ ਤਾਰਨ ਤਰਨ ਰੂਪ ਹੋ, ਪਰਮੇਸ਼ਰ ਰੂਪ ਹੋ। ਕਾਰਨ ਕਰਨ ਵੱਡ ਵੀਰ ਜੰਗ ਖੇਤ ਹੋ। ਮਹਾਰਾਜ ਆਪ ਕਾਰਨ ਕਰਨ ਹੋ, ਜੰਗ ਦੇ ਮੈਦਾਨ ਵਿੱਚ ਤੁਹਾਡਾ ਕੋਈ ਸ਼ਾਨੀ ਨਹੀਂ ਹੈ। ਮਹਾਰਾਜ ਆਪ ਜੰਗ ਦੇ ਮੈਦਾਨ ਦੇ ਵਿੱਚ ਬੱਬਰ ਸ਼ੇਰ ਦੀ ਤਰ੍ਹਾਂ ਗੱਜਣ ਵਾਲੇ ਸੂਰਮੇ ਹੋ। ਨੋ ਅਚਲੇਸ਼ ਦ્વੈਸ਼ ਕਾਰਨ ਅਸ਼ੇਸ਼ ਜੋਈ। ਰਾਜੇ ਭੀਮ ਚੰਦ ਦੀਆਂ ਇਹ ਗੱਲਾਂ ਸੁਣ ਕੇ ਕਲਗੀਧਰ ਪਾਤਸ਼ਾਹ ਬੋਲੇ,
हे ਪਹਾੜੀ ਰਾਜਾ ਭੀਮ ਚੰਦ ਜੀ, ਸੁਣੋ, ਜਿੰਨਾ ਵੀ ਦਵੈਸ਼ ਵੈਰ ਵਿਰੋਧ ਲੜਾਈ ਝਗੜਾ ਤੁਹਾਡੇ ਸਾਡੇ 'ਚ ਅੱਜ ਤੱਕ ਹੋਇਆ, ਉਹਦਾ ਜਿਹੜਾ ਕਾਰਨ ਹੈ पूर्व करे हैं तुम चित जान लीजिए। ਇਹ ਸਭ ਨੂੰ ਪਤਾ ਹੈ ਵੀ ਇਹ ਛੇੜਖਾਨੀ ਤੁਹਾਡੇ ਵੱਲੋਂ ਹੋਈ ਹੈ, ਪਹਿਲ ਤੁਸੀਂ ਕੀਤੀ ਹੈ। ਅਸੀਂ ਕਦੀ ਕਿਸੇ ਲੜਾਈ ਵਿੱਚ ਪਹਿਲ ਨਹੀਂ ਕਰਦੇ। निपट कपट धार कुंचर के ले भेद। ਇਹ ਰਾਜਾ ਜੀ, ਤੁਸੀਂ ਨਿਰਾਪੁਰਾ ਕਪਟ ਕੀਤਾ ਹੈ, ਛਲ ਕੀਤਾ ਹੈ। ਸਾਡੇ ਕੋਲੋਂ ਹਾਥੀ ਲੈਣ ਵਾਸਤੇ ਤੁਸੀਂ ਝੂਠ ਦਾ ਸਹਾਰਾ ਲੈਂਦੇ ਰਹੇ ਹੋ। बार बार पठे नार निराधार कीजिए। ਤੁਸੀਂ ਨਿਰਣਾ ਕਰ ਲਓ, ਇਸ ਗੱਲ ਦਾ ਵਿਚਾਰ ਕੇ ਦੇਖੋ ਵੀ ਬਾਰ-ਬਾਰ ਤੁਸੀਂ ਸਾਡਾ ਹਾਥੀ ਖੋਣ ਵਾਸਤੇ ਸਾਡੇ ਕੋਲ ਬੰਦੇ ਭੇਜਦੇ ਰਹੇ ਹੋ। चार मोर देश गए ताह भी उपाद गए। ਅਸੀਂ ਇੱਥੋਂ ਖਹਿੜਾ ਛਡਾ ਕੇ ਤੁਹਾਡੇ ਤੋਂ ਦੂਰ ਚਲੇ ਗਏ ਸੀ। ਸਾਰਮੋਰ ਨਾਨ ਰਿਆਸਤ ਵਿੱਚ ਆਪਣਾ ਨਗਰ ਪੌਂਟਾ ਸਾਹਿਬ ਜਾ ਕੇ ਵਸਾ ਲਿਆ ਸੀ। ਤੁਸੀਂ ਉੱਥੇ ਵੀ ਸਾਨੂੰ ਨਹੀਂ ਟਿਕਣ ਦਿੱਤਾ। ਤੁਸੀਂ ਉੱਥੇ ਵੀ ਸਾਡੇ ਨਾਲ ਬਿਨਾਂ ਮਤਲਬ ਦੇ ਵੈਰ ਕੀਤਾ ਹੈ। सारी गिर धारन की सेना सूल कीजिए। ਸਾਰੀ 22 ਧਾਰ ਦੀ ਫੌਜ ਇਕੱਠੀ ਕਰਕੇ ਤੁਸੀਂ ਸਾਡੇ ਤੇ ਹਮਲਾ ਕੀਤਾ ਹੈ। मेरे गर्भ बहु भाए न कुपयोर। ਹੇ ਰਾਜਾ ਭੀਮ ਚੰਦ, ਤੈਨੂੰ ਆਪਣੇ ਭਰਾਵਾਂ ਦਾ ਮਾਣ ਹੈ ਵੀ ਮੈਂ 22 ਧਾਰ ਦੇ ਰਾਜਿਆਂ ਦਾ ਵੱਡਾ ਰਾਜਾ ਆ ਤੇ 22 ਧਾਰ ਦੇ ਰਾਜੇ ਮੇਰੇ ਕਹਿਣੇ ਵਿੱਚ ਚੱਲਦੇ ਨੇ। ਇਸ ਗੱਲ ਦਾ ਤੈਨੂੰ ਹੰਕਾਰ ਹੈ। हमारे सहाय असकेत को जलीजिए। ਹੇ ਰਾਜਾ, ਜੇ ਤੈਨੂੰ ਆਪਣੇ ਭਰਾਵਾਂ ਦਾ, ਆਪਣੇ ਰਾਜਿਆਂ ਦਾ, ਆਪਣੀਆਂ ਫੌਜਾਂ ਦਾ ਮਾਣ ਹੈ ਤੇ ਸਾਨੂੰ ਆਪਣੇ ਅਕਾਲ ਪੁਰਖ ਦਾ ਭਰੋਸਾ ਹੈ। ਹਮਰੋ ਸਹਾਇ ਅਸਕੇਤ ਕੋ ਜਨੀਜੀਏ। ਸ੍ਰੀ ਅਸ ਧੁਜ, ਸ੍ਰੀ ਅਸਕੇਤ, ਖੜਗ ਪਾਣ, ਖੜਗ ਧੁਜ, ਇਹ ਸਾਰੇ ਨਾਮ ਪਰਮੇਸ਼ਰ ਦੇ ਅਨਸਾਰ ਸੰਗਤ ਜੀ, ਜਿਹਦੇ ਹੱਥ ਵਿੱਚ ਸ਼ਸਤਰ ਹਨ, ਜਿਹਦੇ ਨਿਸ਼ਾਨ ਸਾਹਿਬ ਤੇ ਖੰਡਾ ਹੈ, ਉਹ ਸ਼ਕਤੀ ਵਾਲਾ ਸਰੂਪ ਸ੍ਰੀ ਅਸਕੇਤ ਹੈ, ਸਾਡਾ ਉਹ ਰਾਖਾ ਹੈ। पाई जंग जीत बे की लक्ष्मी पराजय रिप। ਮਹਾਰਾਜ ਕਹਿੰਦੇ ਜੰਗ ਜਿੱਤਣ ਦੀ ਲక్ష్ਮੀ ਅਸੀਂ ਪ੍ਰਾਪਤ ਕੀਤੀ, ਭਾਵ ਸਾਨੂੰ ਜਿੱਤ ਮਿਲੀ ਹੈ। ਭਈ ਜੀਤ ਮੇਰੀ ਕਿਰਪਾ ਅਕਾਲ ਕੇਰੀ, ਅਕਾਲ ਪੁਰਖ ਦੀ ਕਿਰਪਾ ਨਾਲ ਸਾਡੀ ਜਿੱਤ ਹੋਈ ਹੈ ਤੇ ਤੇਰੀਆਂ ਫੌਜਾਂ ਦੀ ਹਾਰ ਹੋਈ ਹੈ। इसम आनंदपुर आपनो विचार कर। ਅਨੰਦਪੁਰ ਸਾਡਾ ਜੱਦੀ ਨਗਰ ਹੈ, ਸਾਡੇ ਪਿਤਾ ਨੇ ਵਸਾਇਆ, ਗੁਰੂ ਤੇਗ ਬਹਾਦਰ ਸਾਹਿਬ ਦੀ ਧਰਤੀ ਹੈ। ਅਸੀਂ ਆਪਣਾ ਜੱਦੀ ਪਿੰਡ ਜਾਣ ਕੇ ਆਪਣੀ ਮਲਕੀਅਤ ਸਮਝ ਕੇ ਇੱਥੇ ਆ ਬੈਠੇ ਹਾਂ। मान कै संभार कर लोकन हकार कर। ਅਸੀਂ ਆ ਕੇ ਨਗਰ ਨੂੰ ਦੁਬਾਰਾ ਨਵੇਂ ਸਿਰਿਓਂ ਆਬਾਦ ਕਰ ਰਹੇ ਹਾਂ, ਹੋਰ ਲੋਕਾਂ ਨੂੰ ਲਿਆ ਕੇ ਵਸਾ ਰਹੇ ਹਾਂ। ਦੁਕਾਨਦਾਰਾਂ ਦੀਆਂ ਦੁਕਾਨਾਂ ਖੁੱਲ ਰਹੀਆਂ ਨੇ, ਬਿਜ਼ਨਸਮੈਨਾਂ ਨੂੰ ਬਿਜ਼ਨਸ ਮਿਲ ਰਿਹਾ ਹੈ। ਇੱਥੇ ਸਾਰਿਆਂ ਦੀ ਪ੍ਰਤਪਾਲਣਾ ਹੋ ਰਹੀ ਹੈ। बास को उदार कर मोद नर नार कर। ਇੱਥੇ ਵਸ ਕੇ ਲੋਕਾਂ ਨੂੰ ਖੁਸ਼ੀਆਂ ਦੇ ਰਹੇ ਹਾਂ, ਪ੍ਰਸੰਨਤਾ ਦੇ ਰਹੇ ਹਾਂ। ਜਿਹੜੇ ਲੋਕ ਇੱਥੇ ਰਹਿ ਰਹੇ ਨੇ ਉਹ ਬੜੇ ਸੁਖੀ ਨੇ। सुबट सिधारा के घास को निहारा लेत। ਦੇਖੋ ਰਾਜਾ ਜੀ, ਇੱਥੇ ਅਸੀਂ ਵਸ ਰਹੇ ਹਾਂ, ਸਾਡੀਆਂ ਫੌਜਾਂ ਜਾਂਦੀਆਂ ਨੇ, ਕਾਹਦੇ ਵਾਸਤੇ ਜਾਂਦੀਆਂ ਨੇ? ਜਾਂ ਥੋੜਾ ਬੜਾ ਸ਼ਿਕਾਰ ਖੇਡਦੀਆਂ ਨੇ ਤੇ ਜਾਂ ਜੰਗਲ ਚੋਂ ਘਾਹ ਘੋੜਿਆਂ ਵਾਸਤੇ ਲੈਣਾ ਹੁੰਦਾ। ਸਭ ਤੋਂ ਜ਼ਿਆਦਾ ਜ਼ਰੂਰਤ ਘਾਹ ਪੱਠੇ ਦੀ ਤੇ ਲੰਗਰ ਵਾਸਤੇ ਬਾਲਣ ਦੀ ਹੁੰਦੀ ਹੈ। ਉਹ ਅਸੀਂ ਜੰਗਲਾਂ ਚੋਂ ਤੇਰਿਆਂ ਚੋਂ ਵੱਢ ਕੇ ਲਿਆਉਂਦੇ ਹਾਂ। पर बिगाड़ को करत न पधार कर। ਬਾਕੀ ਸਾਡੇ ਸਿੱਖ ਕਿਸੇ ਦਾ ਕੋਈ ਵਿਗਾੜ ਨਹੀਂ ਕਰਦੇ, ਕੋਈ ਲੁੱਟਮਾਰ ਨਹੀਂ ਕਰਦੇ। ਤੇਰੇ ਲੋਕ ਐਵੇਂ ਰੌਲਾ ਪਾਉਂਦੇ ਆ ਵੀ ਗੁਰੂ ਕੇ ਸਿੱਖ ਆ ਕੇ ਮਾਰਾ ਬਕਾਰਾ ਕਰਦੇ ਆ। ਅਸੀਂ ਮਾਰਾ ਬਕਾਰਾ ਉਹਦੇ ਨਾਲ ਕਰਦੇ ਆ ਜਿਹੜਾ ਅੜਦਾ ਹੈ, ਜਿਹੜਾ ਸਿੱਧੇ ਤਰੀਕੇ ਨਾਲ ਸਾਡੇ ਨਾਲ ਵਰਤੇ, ਉਹਦੇ ਨਾਲ ਅਸੀਂ ਮਾਰਾ ਬਕਾਰਾ ਨਹੀਂ ਕਰਦੇ। ਮਨ ਵਿੱਚ ਮਾੜੀ ਮੋਟੀ ਗੱਲ ਸੀ, ਅਸੀਂ ਉਹ ਵੀ ਕੱਢ ਦਿੱਤੀ ਹੈ। ਸਾਡਾ ਮਨ ਤੇ ਹਮੇਸ਼ਾ ਸਾਫ਼ ਹੀ ਹੈ। ਜੇ ਤੂੰ ਆਪਣਾ ਮਨ ਸਾਫ਼ ਰੱਖੇਗਾ ਤੇ ਰਾਜਾ ਸਾਡਾ ਮਨ ਵੀ ਸਦਾ ਹੀ ਸਾਫ਼ ਰਹੇਗਾ। याते हम शिमा धार बार जाए उचार कर। ਇਸ ਕਰਕੇ ਅਸੀਂ ਤੇਰੀਆਂ ਪਿਛਲੀਆਂ ਸਾਰੀਆਂ ਹੀ ਗੱਲਾਂ ਮਾਫ ਕੀਤੀਆਂ। ਜੋ ਤੂੰ ਵਾਅਦੇ ਕੀਤੇ ਆ ਉਹ ਸਾਰੇ ਅਸੀਂ ਭੁੱਲ ਜਾਵਾਂਗੇ ਤੇ ਅੱਗੇ ਨੂੰ ਅਸੀਂ ਆਪਣੀ ਫੌਜ ਨੂੰ ਕਹਿ ਦਿਆਂਗੇ ਵੀ ਰਾਜੇ ਭੀਮ ਚੰਦ ਦੇ ਇਲਾਕੇ 'ਚ ਬਹੁਤੀ ਗੜਬੜ ਨਹੀਂ ਕਰਨੀ। ਕਿਉਂਕਿ ਜਦੋਂ ਮਹਾਰਾਜ ਜਾਂਦੇ ਸੀ ਨਾ ਨਾਲ ਸ਼ਿਕਾਰ ਖੇਡਣ, ਉਦੋਂ ਤੇ ਸਿੰਘ ਰਹਿੰਦੇ ਸੀ ਜਾਬਤੇ ਵਿੱਚ ਤੇ ਕਈ ਵਾਰੀ ਸਿੰਘ ਇਕੱਲੇ ਹੀ ਚਲੇ ਜਾਂਦੇ ਸੀ। ਜਦੋਂ ਇਕੱਲੇ ਜਾਂਦੇ ਸੀ ਤਾਂ ਪਹਾੜੀਆਂ ਤੇ ਗੁੱਸਾ ਕੱਢ ਦਿੰਦੇ ਸੀ ਵੀ ਇਹਨਾਂ ਨੇ ਸਾਡੇ ਨਾਲ ਧੋਖੇ ਕੀਤੇ ਆ।
ਉਹ ਇਸ ਕਰਕੇ ਇਹ ਚੀਕਦੇ ਸੀ ਜਾ ਕੇ ਵੀ ਗੁਰੂ ਕਿਆਂ ਨੇ ਅੱਜ ਸਾਡੇ ਇਲਾਕਿਆਂ ਵਿੱਚ ਆ ਕੇ ਮਾਰਾ ਬਕਾਰਾ ਕੀਤਾ ਹੈ। ਮਹਾਰਾਜ ਕਹਿੰਦੇ ਚਲੋ ਜਿਹੜੀਆਂ ਕੋਈ ਹੈ ਸੀ ਨਾ ਗੱਲਾਂ ਪਿਛਲੀਆਂ ਉਹ ਅਸੀਂ ਹੁਣ ਮਨ ਚੋਂ ਕੱਢ ਦਿੱਤੀਆਂ। ਅਸੀਂ ਆਪਣੇ ਸਿੱਖਾਂ ਨੂੰ ਰੋਕ ਦਿਆਂਗੇ, ਉਹ ਤੁਹਾਡੇ ਇਲਾਕੇ ਜਾ ਕੇ ਫਾਲਤੂ ਦਾ ਕੋਈ ਫਸਾਦ ਨਹੀਂ ਖੜਾ ਕਰਨਗੇ। ਸੁਨ ਭੀਮ ਚੰਦ ਹਿਰਦੈ ਆਦਿਕ ਆਨੰਦ ਕਰ। ਇਹ ਸੁਣ ਕੇ ਰਾਜਾ ਭੀਮ ਚੰਦ ਦੇ ਸਾਹ ਵਿੱਚ ਸਾਹ ਆਇਆ, ਥੋੜਾ ਖੁਸ਼ ਹੋਇਆ ਵੀ ਚਲੋ ਚੰਗਾ ਵੀ ਗੁਰੂ ਸਾਹਿਬ ਹੁਣ ਆਪਣੀ ਫੌਜ ਨੂੰ ਕੰਟਰੋਲ ਕਰ ਲੈਣਗੇ। ਬੋਲਿਓ ਹੱਥ ਬੰਦ ਤੁਮ ਗੁਣ ਕੇ ਨਕੇਤ ਹੋ। ਹੱਥ ਜੋੜ ਕੇ ਭੀਮ ਚੰਦ ਕਹਿਣ ਲੱਗਾ, ਮਹਾਰਾਜ ਤੁਸੀਂ ਗੁਣਾ ਦੇ ਖਜ਼ਾਨੇ ਹੋ, ਗੁਣਾ ਦੇ ਘਰ ਹੋ। ਕਰਨ ਪਰਤ ਹੀਰ ਰਛਿਆ ਕੋ ਕਰਤ ਫੇਰ। ਮਹਾਰਾਜ ਜਿਹੜਾ ਤੁਹਾਡੀ ਸ਼ਰਨ ਪੈਂਦਾ ਉਹਦੀ ਰੱਖਿਆ ਕਰਦੇ ਹੋ। ਸ਼ਰਨ ਪਰੇ ਕੀ ਰੱਖੋ ਸ਼ਰਮਾ, ਇਹ ਆਪ ਜੀ ਦਾ ਬਿਰਧ ਹੈ। ਆਪ ਸੁਖ ਸੰਗ ਬੁਸ ਸਭ ਸੁਖ ਦੇਤ ਹੋ। ਮਹਾਰਾਜ ਤੁਸੀਂ ਸਾਨੂੰ ਸੁਖ ਦੇਣ ਵਾਲੇ ਹੋ ਤੇ ਆਪ ਵੀ ਸੁਖ ਨਾਲ ਵਸੋ ਤੇ ਸਾਨੂੰ ਵੀ ਸੁਖੀ ਰਹਿਣ ਦਿਓ। ਕਾਹਲੂਰ ਦੇਸ਼ ਜੋ ਵਿਸ਼ੇਸ਼ ਹੈ ਅਸ਼ੇਸ਼ ਲਖੋ। ਮਹਾਰਾਜ ਜਿਹੜਾ ਕਹਿਲੂਰ ਦਾ ਦੇਸ਼ ਹੈ, ਕਹਿਲੂਰ ਦੀ ਰਿਆਸਤ ਜਿੰਨੀ ਵੀ ਹੈ, ਆਪਨੋ ਪਛਾਨ ਕੇ ਹਮੇਸ਼ ਸੁਧ ਲੇਤ ਹੋ। ਇਹ ਤੁਹਾਡੀ ਹੈ ਮਹਾਰਾਜ। ਤੁਸੀਂ ਆਪਣਾ ਜਾਣ ਕੇ ਇਹਦੀ ਖਬਰਸਾਰ ਲਵੋ। ਜੋ ਚਾਹੀਦਾ ਤੁਸੀਂ ਆਪਣੇ ਘੋੜਿਆਂ ਵਾਸਤੇ ਘਾਹ ਪੱਠਾ ਲੈਣਾ ਚਾਹੋ, ਤੁਹਾਡਾ ਦੇਸ਼ ਹੈ, ਜਿੱਥੋਂ ਮਰਜ਼ੀ ਵੱਢੋ ਜੰਗਲ ਵਿੱਚੋਂ। ਲੰਗਰ ਲਈ ਬਾਲਣ ਚਾਹੀਦਾ ਹੈ, ਬਿਲਡਿੰਗਾਂ ਦੇ ਲਈ ਲੱਕੜੀ ਚਾਹੀਦੀ ਹੈ, ਉਹ ਵੀ ਜੰਗਲ ਤੁਹਾਡਾ। ਸ਼ਿਕਾਰ ਜਿੰਨਾ ਮਰਜ਼ੀ ਮਾਰੋ, ਪਰ ਮਹਾਰਾਜ ਫਿਰ ਵੀ ਸਾਡੇ ਵੱਲ ਮਿਹਰ ਦੀ ਨਿਗਾਹ ਰੱਖੋ। ਅੰਤਰੋਂ ਨ ਕਰੇ ਹਮ ਸਦਾ ਅਨੁਸਰੈ ਹੋਏ। ਅਸੀਂ ਮਹਾਰਾਜ ਤੁਹਾਡੇ ਤਾਬੇਦਾਰ ਰਵਾਂਗੇ। ਅਸੀਂ ਕੋਈ ਅੱਗੇ ਨੂੰ ਏਦਾਂ ਦੀ ਗੜਬੜ ਨਹੀਂ ਕਰਾਂਗੇ। ਜਿੱਦਾਂ ਦੀਆਂ ਸਾਡੇ ਕੋਲੋਂ ਪਹਿਲਾਂ ਗਲਤੀਆਂ ਹੋ ਗਈਆਂ ਸੋ ਹੋ ਗਈਆਂ। ਅੱਗੇ ਨੂੰ ਅਸੀਂ ਮਹਾਰਾਜ ਤੋਬਾ ਕਰਦੇ ਹਾਂ। ਸੇਵਾ ਕੋ ਸੁਨੇਹ ਧਰੈ ਕੋਈ ਨਾ ਪੁਨ ਭੇਤ ਹੋ। ਮਹਾਰਾਜ ਤੁਹਾਡੇ ਸਾਡੇ 'ਚ ਕੋਈ ਭੇਤ ਹੀ ਕੋਈ ਨਹੀਂ। ਅਸੀਂ ਤੇ ਤੁਹਾਨੂੰ ਆਪਣਾ ਗੁਰੂ ਪੀਰ ਮੰਨਦੇ ਆ ਤੇ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨਾ ਚਾਹੁੰਦੇ ਆ। ਸਾਨੂੰ ਸਗੋਂ ਸੇਵਾ ਦਾ ਮੌਕਾ ਦਿਓ। ਅਸੀਂ ਗੁਰੂ ਘਰ ਦੀ ਕੀ ਸੇਵਾ ਕਰੀਏ। ਮੁਸਕਾਨੇ ਪ੍ਰਭ ਬਹੁਰੋ ਬਖਾਨੇ ਬੈਨ। ਮਹਾਰਾਜ ਸੁਣ ਕੇ ਭੀਮ ਚੰਦ ਦੀ ਗੱਲ ਮੁਸਕਰਾ ਪਏ ਤੇ ਹੱਸ ਕੇ ਕਹਿਣ ਲੱਗੇ, ਗੁਰਬ ਖਟਾਈ ਕੈ ਨਿਕਾਈ ਤੋਂ ਮਠਾਨ ਤੇ। ਮਹਾਰਾਜ ਕਹਿੰਦੇ ਰਾਜਾ ਜੀ ਪਹਿਲਾਂ ਵੀ ਖਟਿਆਈ ਤੁਸੀਂ ਕੀਤੀ ਹੈ। ਜੋ ਵੀ ਚੰਗਿਆਈ ਜਾਂ ਬੁਰਾਈ ਹੋਈ ਹੈ ਨਾ, ਉਹ ਸਾਡੇ ਵੱਲੋਂ ਨਹੀਂ ਹੋਈ, ਪਹਿਲ ਤੁਸੀਂ ਕਰਦੇ ਰਹੇ ਹੋ। ਰਸ ਕੈ ਬਿਰਸ ਕਰੋ ਖੇਦ ਕੈ ਹਰਸ਼ ਧਰੋ। ਇਹ ਹੁਣ ਅੱਗੇ ਤੁਹਾਡੀ ਮਰਜ਼ੀ, ਰਸ ਰੱਖਣਾ ਕਿ ਬੇਰਸੀ ਕਰਨੀ ਹੈ। ਜੇ ਯਾਨੀ ਸਾਡਾ ਪ੍ਰੇਮ ਬਣਾ ਕੇ ਰੱਖਣਾ ਤਾਂ ਵੀ ਤੁਹਾਨੂੰ ਪਤਾ ਰਾਜਾ ਜੀ ਤੁਸੀਂ ਸਿਆਣੇ ਹੋ, ਤੇ ਜੇ ਵਿਗਾੜਨੀ ਹੈ ਤਾਂ ਵੀ ਤੁਸੀਂ ਵਿਗਾੜਨੀ ਹੈ। ਦੁੱਖ ਜਾਂ ਸੁੱਖ ਇਹ ਤੁਸੀਂ ਜੇ ਸਾਨੂੰ ਸੁੱਖ ਦਿਓਗੇ ਆਪ ਵੀ ਸੁੱਖ ਲਓਗੇ, ਜੇ ਸਾਨੂੰ ਦੁੱਖ ਦਿਓਗੇ ਤੇ ਫਿਰ ਤੁਸੀਂ ਹਿਸਾਬ ਲਾ ਲਓ ਵੀ ਤੁਸੀਂ ਕਿੱਥੋਂ ਸੁਖੀ ਰਹੋਗੇ। ਇਸ ਕਰਕੇ ਰਾਜਾ ਜੀ ਜੇ ਪਿਆਰ ਨਾਲ ਰਹੋਗੇ ਤੇ ਅਸੀਂ ਵੀ ਤੁਹਾਡੇ ਨਾਲ ਪਿਆਰ ਨਾਲ ਹੀ ਰਵਾਂਗੇ। ਆਨ ਕੈ ਸਮੀਪ ਰਹੋ ਤਥਾ ਹਮ ਮਾਨਤੇ। ਮਹਾਰਾਜ ਕਹਿੰਦੇ ਭਾਵੇਂ ਸਾਡੇ ਕੋਲ ਰਹੋ, ਅਸੀਂ ਤੁਹਾਨੂੰ ਆਪਣੇ ਕੋਲ ਰੱਖਣ ਨੂੰ ਤਿਆਰ ਹਾਂ। ਅਸੀਂ ਉਦਾਂ ਹੀ ਮੰਨਾਂਗੇ ਜਿਵੇਂ ਪਹਿਲਾਂ ਤੁਹਾਡਾ ਸਾਡਾ ਮੇਲ ਸੀ। ਕਿਉਂ ਦੇਸ਼ ਸੰਗਤਾਂ ਕੀ ਪੰਗਤਾਂ ਜੋ ਆਵਹਿ ਇਤ। ਮਹਾਰਾਜ ਕਹਿੰਦੇ ਸਾਨੂੰ ਬਸ ਇੱਕੋ ਗੱਲ ਦਾ ਖਿਆਲ ਰੱਖਣਾ ਤੁਸੀਂ ਵੀ ਸਾਡੀਆਂ ਸੰਗਤਾਂ ਚਾਰੇ ਪਾਸੇ ਆਉਂਦੀਆਂ, ਉੱਤਰ ਤੋਂ, ਦੱਖਣ ਤੋਂ, ਪੂਰਬ ਤੋਂ, ਪੱਛਮ ਤੋਂ, ਹਜ਼ਾਰਾਂ ਮੀਲ ਤੋਂ ਸਿੱਖ ਚੱਲ ਕੇ ਆਉਂਦੇ ਆ ਤੇ ਤੇਰੇ ਇਲਾਕੇ ਦੇ ਲੋਕ ਆਉਣ ਵਾਲੀਆਂ ਰਸਤਾਂ ਸੰਗਤਾਂ ਦੀ ਕੋਲੋਂ ਖੋਹ ਲੈਂਦੇ ਆ। ਕੋਈ ਘੋੜਾ ਖੋਹ ਲੈਂਦੇ ਸੰਗਤ ਕੋਲੋਂ, ਕੋਈ ਮਾਇਆ ਖੋਹ ਲੈਂਦੇ ਆ, ਕੋਈ ਉਹਨਾਂ ਕੋਲ ਰਸਤਾ ਖੋਹ ਲੈਂਦੇ। ਸੰਗਤਾਂ ਆਉਂਦੀਆਂ ਨੂੰ ਪਰੇਸ਼ਾਨ ਕਰਦੇ ਨੇ ਤੇਰੇ ਲੋਕ। ਜੇ ਤੇ ਸਾਡੀ ਸੰਗਤ ਨੂੰ ਲੁੱਟਣ ਦੀ ਖੋਹਣ ਦੀ ਕੋਸ਼ਿਸ਼ ਕਰੋਗੇ ਤੇ ਫੇਰ ਸਾਡੇ ਸਿੰਘ ਵੀ ਤੁਹਾਨੂੰ ਇਸੇ ਤਰ੍ਹਾਂ ਹੀ ਹੱਥ ਲਾਣਗੇ। ਤੇ ਜੇ ਤੁਸੀਂ ਸਾਡੀ ਸੰਗਤ ਦਾ ਸਤਿਕਾਰ ਕਰੋਗੇ ਤੇ ਅਸੀਂ ਵੀ ਤੁਹਾਡਾ ਪਿਆਰ ਸਤਿਕਾਰ ਕਾਇਮ ਰੱਖਾਂਗੇ। ਅਨਕ ਪ੍ਰਕਾਰ ਕੀ ਅਕੋਰਨ ਕੋ ਆਨਤੇ। ਕਿਉਂਕਿ ਸੰਗਤਾਂ ਦੂਰੋਂ ਦੂਰੋਂ ਬੜੀਆਂ ਵਧੀਆ ਵਧੀਆ ਭੇਟਾਵਾਂ ਲੈ ਕੇ ਆਉਂਦੀਆਂ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਲਈ। ਆਬ ਤੇ ਨ ਤਿੰਨ ਕੋ ਵਿਖਾਦ ਕੋ ਕਰੈ ਕਿਮ। ਬਸ ਇਹ ਗੱਲ ਦੀ ਹੁਣ ਯਾਦ ਰੱਖਣਾ ਤੁਸੀਂ ਵੀ ਅੱਜ ਤੋਂ ਬਾਅਦ ਤੁਹਾਡਾ ਕੋਈ ਵੀ ਬੰਦਾ ਸਾਡੀ ਸੰਗਤ ਨਾਲ ਕੋਈ ਗੜਬੜ ਨਾ ਕਰੇ। ਸੰਗਤ ਨੂੰ ਖੋਹਣ ਦੀ, ਲੁੱਟਣ ਦੀ, ਮਾਰਨ ਦੀ, ਡਰਾਉਣ ਧਮਕਾਉਣ ਦੀ, ਆਉਂਦਿਆਂ ਜਾਂਦਿਆਂ ਨੂੰ ਪਰੇਸ਼ਾਨ ਕਰਨ ਦੀ ਕੋਈ ਕੋਸ਼ਿਸ਼ ਨਾ ਕਰੇ। ਸੁਖ ਸੁੰਦਰ ਸਕਾਲ ਧਾਮਨ ਪਿਆਨ ਤੇ। ਗੁਰੂ ਕੇ ਸਿੱਖ ਆਉਂਦੇ ਨੇ ਸੁੱਖ ਨਾਲ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆਪਣੇ ਪਿੰਡਾਂ ਨੂੰ ਚਲੇ ਜਾਂਦੇ ਨੇ। ਸਾਡੇ ਗਰੀਬ ਸਿੱਖ ਕਦੀ ਕਿਸੇ ਨੂੰ ਮਾੜਾ ਨਹੀਂ ਕਹਿੰਦੇ।
ਪਰ ਜੇ ਕੋਈ ਸਾਨੂੰ ਛੇੜਖਾਨੀ ਕਰੇ, ਐਵੇਂ ਬਿਨਾਂ ਮਤਲਬ ਦੇ ਸਾਡੇ ਨਾਲ ਕੋਈ ਵਾਅਦਾ ਕਰੇ, ਫਿਰ ਰਾਜਾ ਜੀ ਤੁਸੀਂ ਜਾਣਦੇ ਹੀ ਹੋ ਵੀ ਅਸੀਂ ਕੀ ਕਰਦੇ ਹਾਂ। ਲਹਿ ਖੇਤ ਜੋਏ ਤਾਤਕਾਲ ਫਲ ਲਹਿ ਸੋਏ। ਜਿਹੜਾ ਸੰਗਤ ਨੂੰ ਦੁੱਖ ਦੇਵੇਗਾ ਉਹਨੂੰ ਦੁੱਖ ਹੀ ਮਿਲੇਗਾ, ਜਿਹੜਾ ਸੰਗਤ ਨੂੰ ਸੁਖ ਦੇਵੇਗਾ ਉਹਨੂੰ ਸੁਖ ਮਿਲੇਗਾ। ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ। ਪਰਮੇਸ਼ਰ ਜਿਹੜਾ ਜੇ ਸੰਤਾਂ ਨੂੰ ਦੁੱਖ ਹੋਵੇ ਤੇ ਉਹ ਦੁਖੀ ਹੋ ਜਾਂਦਾ, ਤੇ ਜੇ ਪਰਮੇਸ਼ਰ ਦੇ ਸੰਤ ਸੁਖੀ ਹੋਣ ਤੇ ਪਰਮੇਸ਼ਰ ਵੀ ਸੁਖੀ ਹੋ ਜਾਂਦਾ। ਮਹਾਰਾਜ ਕਹਿੰਦੇ ਦਹਿ ਖੇਤ ਜੋਏ, ਜਿਹੜਾ ਸਾਡੀ ਸੰਗਤ ਨੂੰ ਦੁੱਖ ਦੇਵੇਗਾ ਤਾਤਕਾਲ ਫਲ ਲਹਿ ਸੋਏ, ਉਹਨੂੰ ਉਸੇ ਵੇਲੇ ਉਹਦਾ ਫਲ ਮਿਲ ਜਾਏਗਾ। ਬਿਨ ਮਨ ਹਮਰੇ ਤਨਕ ਭਰ ਜਾਨੀਏ। ਸਾਡੇ ਘਰ 'ਚ ਦੇਰੀ ਕੋਈ ਨਹੀਂ, ਨਾਲ ਦੀ ਨਾਲ ਹੀ ਫਲ ਦਿੰਨੇ ਆ। ਜਿਹੜਾ ਤਾਂ ਕਰੇ ਪਿਆਰ ਮੁਹੱਬਤ ਉਹਦੇ ਤੋਂ ਆਪਣੀ ਜਾਨ ਵਾਰ ਦਿੰਦੇ ਆ, ਉਹਨੂੰ ਸਾਰੇ ਸੁੱਖ ਦੇ ਦਿੰਦੇ ਆ। ਇਹ ਲੋਕ ਸੁਖੀਏ ਪਰ ਲੋਕ ਸਹੇਲੇ ਬਣਾ ਦਿੰਦੇ ਆ, ਤੇ ਜਿਹੜਾ ਇਸ ਘਰ ਨਾਲ ਵੈਰ ਕਰੇ ਫਿਰ ਉਹਨੂੰ ਉਸੇ ਤਰ੍ਹਾਂ ਚਾਟਾ ਛਕਾ ਦਿੰਦੇ ਆ। ਇਹ ਹੁਣ ਰਾਜਾ ਜੀ ਤੁਸੀਂ ਜਾਣੋ ਵੀ ਕਿਹੜਾ ਬੰਦਾ ਤੁਹਾਡਾ ਜਿਹੜਾ ਕੋਈ ਵਿਗਾੜ ਕਰੇ, ਕੋਈ ਪਰੇਸ਼ਾਨੀ ਕਰੇ, ਉਹਨੂੰ ਤੁਸੀਂ ਸਾਂਭਣਾ। ਜੇ ਤੁਸੀਂ ਨਹੀਂ ਸਾਂਭੋਗੇ ਫਿਰ ਅਸੀਂ ਆਪੇ ਉਹਨੂੰ ਹੱਥ ਲਾ ਦੇਾਂਗੇ। ਪੂਰਬੇ ਬਿਗਾਰੋ ਹੀਰੋ ਜੰਗ ਕੋ ਖਾਰੋ ਤਬ। ਜੇ ਹੁਣ ਪਹਿਲਾਂ ਤੁਸੀਂ ਕੋਈ ਵਿਗਾੜ ਕਰੋਗੇ, ਸਾਡੇ ਨਾਲ ਸ਼ਰਾਰਤ ਕਰੋਗੇ, ਤਾਂ ਫਿਰ ਜੰਗ ਦਾ ਅਖਾੜਾ ਤੁਹਾਨੂੰ ਵੇਖਣਾ ਹੀ ਪਵੇਗਾ। ਨਾਹੀਂ ਤੋ ਹਮਾਰੋ ਔ ਤੁਮਾਰੋ ਰਸ ਸਾਨੀਏ। ਨਹੀਂ ਤੇ ਤੁਹਾਡਾ ਸਾਡਾ ਮੇਲ ਬਣਿਆ ਰਹੇਗਾ। ਜੇ ਤੁਸੀਂ ਕੋਈ ਗੜਬੜ ਨਹੀਂ ਕਰੋਗੇ ਤੇ ਅਸੀਂ ਤੁਹਾਡੇ ਨਾਲ ਭਰਾਵਾਂ ਤਰ੍ਹਾਂ ਰਵਾਂਗੇ। ਗੁਰੂ ਜੀ ਕਹਿ ਰਹੇ ਹਨ, ਸਿਮਾ ਬਲ ਭਰੇ ਗੁਰ ਬੈਨ ਸਰਉਣ ਧਰੇ ਨਿਰਪ। ਮਹਾਰਾਜ 10ਵੇਂ ਪਾਤਸ਼ਾਹ ਦੇ ਬਚਨਾਂ ਵਿੱਚ ਖਿਮਾ ਵੀ ਸੀ ਤੇ ਨਿਰਭੈਤਾ ਵੀ ਸੀ। ਬੜੇ ਅਡੋਲਤਾ ਨਾਲ ਮਹਾਰਾਜ ਬਚਨ ਕਹਿ ਰਹੇ ਸਨ। ਰਾਜੇ ਨੇ ਜਦੋਂ ਕੰਨਾਂ ਨਾਲ ਸੁਣੇ ਹਨ, ਬੋਲਿਓ ਪ੍ਰੇਮ ਭਰੇ ਹਮੇ ਦਾਸ ਪਹਿਚਾਨੀਏ। ਰਾਜਾ ਭੀਮ ਚੰਦ ਬੜੇ ਪ੍ਰੇਮ ਨਾਲ ਹੱਥ ਜੋੜ ਕੇ ਕਹਿਣ ਲੱਗਾ, ਨਹੀਂ ਮਹਾਰਾਜ, ਸਾਨੂੰ ਆਪਣਾ ਦਾਸ ਆਪਣਾ ਸੇਵਕ ਸਮਝੋ। ਕਾਹਲੂਰ ਦੇਸ਼ ਕੋ ਹਮੇਸ਼ ਨਿਜ ਧਾਮ ਲਖ। ਇਹ ਕਾਹਲੂਰ ਦੇਸ਼ ਤੁਹਾਡਾ ਹੈ, ਤੁਹਾਡਾ ਘਰ ਹੈ। ਤੁਹਾਡੇ ਪਿਤਾ ਜੀ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਪਏ ਨੇ, ਤੁਹਾਡੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਇੱਥੇ ਚਰਨ ਪਏ ਨੇ। ਇਹ ਧਰਤੀ ਤੁਹਾਡੀ ਹੈ। ਲੀਜੈ ਪ੍ਰਤ ਪਾਰ ਸੁਧ ਲੀਜੈ ਸੁਖ ਸਾਨੀਏ। ਇਹ ਧਰਤੀ ਦੇ ਮਹਾਰਾਜ ਜਿੱਥੇ ਮਰਜੀ ਬੈਠੋ, ਉਠੋ, ਖਲੋਵੋ, ਨਗਰ ਸ਼ਹਿਰ ਬਸਾਓ, ਸੁਖ ਲਵੋ, ਸਾਨੂੰ ਵੀ ਸੁਖ ਦਿਓ। ਦੇਵ ਕੈ ਸੰਵਾਦ ਅਹਿਲਾਦ ਕੈ ਪਰਸ ਪਰ। ਇਸ ਤਰ੍ਹਾਂ ਰਾਜੇ ਭੀਮ ਚੰਦ ਦੀ ਤੇ ਸ੍ਰੀ ਕਲਗੀਧਰ ਪਾਤਸ਼ਾਹ ਜੀ ਦੀ ਆਪਸ ਵਿੱਚ ਗੱਲਬਾਤ ਹੋਈ ਹੈ। ਤੀਨੋ ਸੇਰੋ ਪਾਓ ਸਤ ਗੁਰੂ ਗੋਹ ਮੂਲ ਕੋ। ਫਿਰ ਮਹਾਰਾਜ ਨੇ ਦੀਵਾਨ ਆਨੰਦ ਚੰਦ ਨੂੰ ਇਸ਼ਾਰਾ ਕੀਤਾ। ਦੀਵਾਨ ਜੀ ਸਰੋਪੇ ਲੈ ਕੇ ਆਏ, ਬੜੇ ਕੀਮਤੀ ਮਹਿੰਗੇ ਸਰੋਪੇ ਖਜ਼ਾਨੇ ਚੋਂ ਕੱਢ ਕੇ ਰਾਜਾ ਭੀਮ ਚੰਦ ਅਤੇ ਉਹਦੇ ਮੰਤਰੀ ਮੰਡਲ ਨੂੰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਦਿੱਤੇ ਹਨ। ਲੈ ਕੇ ਭੀਮ ਚੰਦ ਜਾਨ ਕਰਨਾ ਆਨੰਦ ਭਇਓ। ਰਾਜਾ ਭੀਮ ਚੰਦ ਗੁਰੂ ਘਰ ਤੋਂ ਸਰੋਪਾ ਲੈ ਕੇ ਇਹ ਸਮਝਦਾ ਵੀ ਮੇਰੇ ਘਰ ਗੁਰੂ ਦੀ ਕਿਰਪਾ ਆ ਗਈ ਹੈ। ਬੜਾ ਆਨੰਦ ਹੋਇਆ, ਬੜਾ ਪ੍ਰਸੰਨ ਹੋਇਆ। ਹੱਥ ਬੰਦ ਬੰਦਨਾ ਕਰਤ ਬਿਨਾ ਬੋਲ ਕੋ। ਹੱਥ ਜੋੜ ਕੇ ਮੱਥਾ ਟੇਕ ਕੇ ਬੇਨਤੀ ਕਰਕੇ ਅੰਤਰ ਜੋ ਅੰਤਰਾ ਨਿਰੰਤਰ ਨਿਕਾਰ ਕਰ। ਮਨ ਦੇ ਵਿੱਚ ਜਿਹੜਾ ਫਰਕ ਸੀ ਨਾ, ਜੋ ਲਗਾਤਾਰ ਚੱਲ ਰਹੀ ਸੀ ਕਈ ਸਾਲਾਂ ਦੀ ਗੜਬੜ ਮਨ ਦੇ ਵਿੱਚ, ਉਹ ਹੁਣ ਉਹਨੇ ਕੱਢੀ, ਆਪਣੇ ਮਨ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਦਾ ਭਇਓ ਭੂਪ ਪਾਏ ਹਰਖ ਅਤੋਲ ਕੋ। ਤੇ ਗੁਰੂ ਕਲਗੀਧਰ ਜੀ ਤੋਂ ਖੁਸ਼ੀਆਂ ਲੈ ਕੇ ਰਾਜਾ ਭੀਮ ਚੰਦ ਵਾਪਸ ਆਪਣੀ ਨਗਰੀ ਨੂੰ ਵਿਦਾ ਹੋਇਆ ਹੈ। ਸੰਗ ਭੱਟ ਭੀਰ ਸੋ ਵਜੀਰ ਧੀਰ ਧਨ ਕਹਿ। ਨਾਲ ਬੜੇ ਸੂਰਮੇ ਨੇ ਤੇ ਵਜ਼ੀਰ ਦੇਵੀਦਾਸ ਵੀ ਨਾਲ ਜਾ ਰਿਹਾ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਧੰਨ ਹਨ। ਇਹ ਵਜ਼ੀਰ ਦੇਵੀਦਾਸ ਕਹਿੰਦਾ ਹੈ, ਪੀਰਨ ਕੋ ਪੀਰ ਅਵਤਾਰ ਬਿਨ ਡੋਲ ਕੋ। ਧੰਨ ਗੁਰੂ ਗੋਬਿੰਦ ਸਿੰਘ ਪੀਰਾਂ ਦੇ ਪੀਰ ਹਨ, ਪਰਮਾਤਮਾ ਦੇ ਪਰਮੇਸ਼ਰ ਦੇ ਅਵਤਾਰ ਹਨ, ਔਰ ਕਿਸੇ ਪ੍ਰਕਾਰ ਦਾ ਮਨ ਵਿੱਚ ਭੈ ਨਹੀਂ ਰੱਖਦੇ, ਅਡੋਲ ਹਨ। ਸ੍ਰੀ ਗੋਬਿੰਦ ਸਿੰਘ ਸੰਗ ਸੰਤਕਾਰ ਭੀਮ ਚੰਦ। ਰਾਜਾ ਭੀਮ ਚੰਦ ਕਲਗੀਧਰ ਪਾਤਸ਼ਾਹ ਨਾਲ ਸੰਧੀ ਕਰਕੇ ਜਿਹੜੀ ਕਈ ਸਾਲਾਂ ਦੀ ਆਪਸ ਵਿੱਚ ਵਿਗੜੀ ਹੋਈ ਸੀ, ਉਹ ਗੱਲ ਦੂਰ ਕਰਕੇ ਪ੍ਰੇਮ ਮੁਹੱਬਤ ਬਣਾ ਕੇ ਸਹਿ ਤਰਾਸ ਕੋ ਬਿਦਾਰ ਸੁਖ ਪਾਏ ਕੈ। ਕਹਿੰਦੇ
ਮਨ ਵਿੱਚੋਂ ਸ਼ੰਕਾ ਤੇ ਡਰ ਦੂਰ ਕਰਕੇ ਸੁਖੀ ਹੋਇਆ ਹੈ। ਗਇਓ ਪੂਰੇ ਆਪਣੇ ਪ੍ਰਤਾਪ ਪ੍ਰਭੂ ਜਾਪਨੇ। ਆਪਣੇ ਨਗਰ ਚਲਾ ਗਿਆ, ਕਲਗੀਧਰ ਪਾਤਸ਼ਾਹ ਦਾ ਪ੍ਰਤਾਪ ਉਹਨੇ ਵੇਖ ਲਿਆ ਹੈ। ਧਰਿਓ ਵਿਸ਼ਵਾਸ ਕੋ ਸਹਾਇ ਬਨੈ ਆਇ ਕੈ। ਔਰ ਇਹ ਵੀ ਉਹਨੇ ਵਿਸ਼ਵਾਸ ਕਰ ਲਿਆ ਵੀ ਜੇ ਕਿਤੇ ਔਖੀ ਘੜੀ ਬਣੀ ਤਾਂ ਮਹਾਰਾਜ ਦਸਵੇਂ ਪਾਤਸ਼ਾਹ ਮੇਰੀ ਸਹਾਇਤਾ ਆ ਕੇ ਜ਼ਰੂਰ ਕਰਨਗੇ। ਨੀਕੋ ਨਾ ਵਿਵਾਦ ਚੱਲਿਓ ਫੀਕੇ ਅਪਵਾਦ ਜਗ। ਕਹਿੰਦੇ ਲੜਾਈ ਝਗੜਾ ਚੰਗਾ ਨਹੀਂ ਹੁੰਦਾ। ਜੇ ਕੋਈ ਦੋ ਗੁਆਂਢੀਆਂ ਵਿੱਚ ਲੜਾਈ ਹੁੰਦੀ ਹੈ, ਕਿਸੇ 'ਚ ਵੀ ਕੋਈ ਕਲਾ ਕਲੇਸ਼ ਹੁੰਦੀ ਹੈ, ਤਾਂ ਲੋਕ ਗੱਲਾਂ ਹੀ ਕਰਦੇ ਨੇ, ਨਿੰਦਾ ਹੀ ਕਰਦੇ ਨੇ, ਭਾਵੇਂ ਕੋਈ ਗੁਰੂ ਹੋਵੇ ਭਾਵੇਂ ਕੋਈ ਰਾਜਾ ਹੋਵੇ। ਨਿੰਦਾ ਤਾਂ ਹੁੰਦੀ, ਲੜਾਈ ਦੇ ਨਾਂ ਤੋਂ ਬਦਨਾਮੀ ਹੁੰਦੀ ਹੈ। ਗੁਰੂ ਸੰਗ ਸੰਮਤਾ ਨਾ ਹੋਏ ਨਾ ਹੋਤ ਕੇ ਸੁਭਾਏ ਕੈ। ਰਾਜੇ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਵੀ ਮੈਂ ਗੁਰੂ ਗੋਬਿੰਦ ਸਿੰਘ ਦੀ ਬਰਾਬਰੀ ਨਹੀਂ ਕਰ ਸਕਦਾ, ਉਹਨਾਂ ਦੇ ਬਰਾਬਰ ਮੇਰਾ ਤਪ ਤੇਜ ਨਹੀਂ ਹੈ। ਇਸ ਕਰਕੇ ਭਲਾਈ ਇਸੇ ਗੱਲ ਵਿੱਚ ਹੀ ਹੈ ਵੀ ਮੈਂ ਗੁਰੂ ਕੇ ਨਾਲ ਬਣਾ ਕੇ ਰੱਖਾਂ। ਨਾਹਕ ਮਰੇ ਹੈ ਵੀਰ ਜੰਗ ਮੈਂ ਨ ਰਹੀ ਧੀਰ। ਐਵੇਂ ਬਿਨਾਂ ਮਤਲਬ ਦੇ ਮੈਂ ਪਹਾੜੀ ਰਾਜਿਆਂ ਨੂੰ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਨਾਲ ਜੰਗ ਕੀਤਾ ਹੈ ਤੇ ਬਿਨਾਂ ਮਤਲਬ ਦੇ ਚੰਗੇ ਚੰਗੇ ਯੋਧੇ ਮਰਵਾ ਬੈਠਾ ਹਾਂ। ਕੋਈ ਫਾਇਦਾ ਨਹੀਂ ਹੋਇਆ ਉਸ ਲੜਾਈ ਦਾ। ਅੰਮ੍ਰਿਤ ਹੈ ਗੋਨੇ ਮਨ ਸਮਝਾਇ ਕੈ। ਇਸ ਤਰ੍ਹਾਂ ਰਾਜਾ ਭੀਮ ਚੰਦ ਕਲਗੀਧਰ ਪਾਤਸ਼ਾਹ ਜੀ ਦੇ ਬਾਰੇ ਸੋਚਦਾ ਤੇ ਆਪਣੇ ਮਨ ਨੂੰ ਸਮਝਾਉਂਦਾ ਹੈ। ਵੇਦ ਕੀਤੀ ਬਾਰੇ ਆਚੀ ਵਸਤ ਉਦਾਰ ਹੀਰ। ਕਈ ਵਾਰੀ ਰਾਜਾ ਭੀਮ ਚੰਦ ਕੋਲ ਕੋਈ ਚੰਗੀ ਚੀਜ਼ ਆ ਜਾਂਦੀ ਹੈ ਤਾਂ ਉਹ ਮਹਾਰਾਜ ਨੂੰ ਤੋਹਫੇ ਵਜੋਂ ਗਿਫਟ ਵਜੋਂ ਭੇਜ ਦਿੰਦਾ ਹੈ। ਸਤਿਗੁਰੂ ਪਾਸ ਕੋ ਪਠਾਵੇ ਪ੍ਰੇਮ ਧਾਰ ਕੈ। ਹੁਣ ਰਾਜਾ ਭੀਮ ਚੰਦ ਮਹਾਰਾਜ ਨੂੰ ਨਜ਼ਰਾਨੇ ਭੇਜਦਾ ਰਹਿੰਦਾ, ਕਦੀ ਚੰਗਾ ਘੋੜਾ ਭੇਜ ਦਿੰਦਾ, ਕਦੀ ਕੋਈ ਚੰਗਾ ਸ਼ਸਤਰ, ਤਾਂ ਕਿ ਆਪਸ 'ਚ ਪਿਆਰ ਮੁਹੱਬਤ ਬਣ ਜਾਵੇ। ਚਾਵਰ ਮੇਰੇ ਸੇਤ ਸੂਖਮ ਕਨੇਰ ਕਰ। ਕਈ ਵਾਰੀ ਰਾਸ਼ਨ ਬਾਜ ਵਧੀਆ ਭੇਜਦਾ। ਬਾਸਮਤੀ ਦੇ ਚਾਵਲ ਜਿਹੜੇ ਪਹਾੜ 'ਚ ਲੰਮੇ ਲੰਮੇ ਹੁੰਦੇ ਨੇ, ਚਿੱਟੇ ਚਿੱਟੇ, ਉਹ ਵੀ ਮਹਾਰਾਜ ਨੂੰ ਛਕਣ ਵਾਸਤੇ ਬੋਰੀਆਂ ਭਰ ਕੇ ਭੇਜਦਾ ਹੈ। ਕਈ ਫੇਰੇ ਨਰ ਫੇਰੇ ਬਾਰ ਬਾਰ ਕੈ। ਔਰ ਕਈ ਵਾਰੀ ਹੋਰ ਚੀਜ਼ਾਂ ਭੇਜਦਾ ਚੰਗੀਆਂ। ਹਾਂਜੀ, ਅਪਬਨ ਹੂੰਕੇ ਫਾਲ ਦੀਨ ਬੀਨ ਨੀਕੇ ਕਾਲ। ਪਹਾੜਾਂ ਦੇ ਵਿੱਚ ਸਾਧ ਸੰਗਤ ਜੀ ਸੇਬ ਬੜੇ ਹੁੰਦੇ ਨੇ, ਹੋਰ ਜਿਹੜੇ ਫਲ ਹੁੰਦੇ ਨੇ ਪਹਾੜਾਂ ਦੇ ਵਿੱਚ, ਕਾਵਰਾਂ ਕੋ ਭਾਰ ਭਾਰ ਬੇਨਤੀ ਉਚਾਰ ਕੈ। ਉਹ ਵਹਿੰਗੀਆਂ ਭਰ ਭਰ ਕੇ, ਕਾਵਰਾਂ ਭਰ ਭਰ ਕੇ ਭੇਜਦਾ ਹੈ ਤੇ ਬੇਨਤੀ ਕਰਦਾ ਮਹਾਰਾਜ ਸੇਵਾ ਪ੍ਰਵਾਨ ਕਰੋ। ਆਰੂ ਅਮਰੂਦ ਰਸ ਪੂਰਨ ਅੰਗੂਰ ਰੂਰ। ਕਦੀ ਆੜੂ ਭੇਜ ਦਿੰਦਾ ਹੈ, ਕਦੀ ਅਮਰੂਦ ਭੇਜਦਾ ਹੈ, ਕਦੀ ਅੰਗੂਰਾਂ ਦੀਆਂ ਟੋਕਰੀਆਂ ਭਰ ਭਰ ਕੇ ਭੇਜਦਾ ਹੈ। ਦਲੀ ਰਸਾਲ ਸੇਉ ਪੰਨਸ ਅਨਾਰ ਕੈ। ਤੇ ਕਦੀ ਸਾਧ ਸੰਗਤ ਜੀ ਕੇਲੇ, ਕਦੀ ਅੰਬ, ਕਦੀ ਸੇਬ ਤੇ ਕਦੀ ਕਟਹਲ, ਜਿਹੜੇ ਪਨਸ ਸੰਸਕ੍ਰਿਤ ਚ ਪਨਸ ਕਹਿੰਦੇ ਨੇ, ਏਦਾਂ ਦੇ ਫਲ ਭੇਜਦਾ ਹੈ। ਮਿੱਠੇ ਜਾਤ ਜਾਤ ਕੇ ਤੁਰਸ਼ ਭਾਂਤ ਭਾਂਤ ਕੇ। ਕਈ ਮਿੱਠੇ ਭੇਜਦਾ ਹੈ ਫਲ, ਕਦੀ ਤੁਰਸ ਭੇਜਦਾ ਖੱਟੇ। ਲੱਗੇ ਜੋ ਪਾਂਤ ਪਾਂਤ ਕੇ ਤੁਰਾਏ ਅਨਵਾਏ ਕਰ। ਜਿਹੜੇ ਬਾਗਾਂ ਵਿੱਚ ਬੜੀਆਂ ਸੋਹਣੀਆਂ ਲਾਈਨਾਂ ਵਿੱਚ ਲੱਗੇ ਹੁੰਦੇ ਨੇ ਬੂਟੇ, ਉਹਨਾਂ ਦੇ ਫਲ ਤੁੜਵਾ ਕੇ ਭੇਜਦਾ ਹੈ। ਜੇ ਸੰਗ ਦੂਤ ਕੋ ਬਖਾਨ ਬਿਨਾ ਪੂਤ ਕੋ। ਨਾਲ ਆਪਣੇ ਮੰਤਰੀਆਂ ਨੂੰ, ਵਕੀਲਾਂ ਨੂੰ, ਸਿਆਣੇ ਬੰਦਿਆਂ ਨੂੰ ਭੇਜਦਾ। ਉਹ ਆ ਕੇ ਗੁਰੂ ਸਾਹਿਬ ਨਾਲ ਬੜੇ ਪਿਆਰ ਨਾਲ ਬੇਨਤੀ ਕਰਕੇ ਭੇਟਾ ਦਿੰਦੇ ਹਨ। ਇੱਕ ਵਾਰ ਇਸੀ ਰੀਤ ਪ੍ਰੇਮਿਓ ਉਪਜਾਏ ਕਰ। ਇਸ ਤਰ੍ਹਾਂ ਰਾਜੇ ਭੀਮ ਚੰਦ ਨੇ ਹੁਣ ਕਈ ਵਾਰੀ ਗੁਰੂ ਸਾਹਿਬ ਵੱਲ ਕਦੀ ਫਲ ਫਰੂਟ ਭੇਜਿਆ, ਕਦੀ ਬੜੇ ਸੋਹਣੇ ਚਾਵਲ ਭੇਜੇ, ਕਦੀ ਪਹਾੜਾਂ ਦੀ ਮੱਖੀ ਭੇਜੀ ਤੇ ਕਦੀ ਸਾਧ ਸੰਗਤ ਜੀ ਚੰਗੇ ਸ਼ਸਤਰ ਬਸਤਰ ਘੋੜੇ ਵੀ ਭੇਜੇ, ਤਾਂ ਕਿ ਗੁਰੂ ਕੇ ਨਾਲ ਪ੍ਰੇਮ ਬਣਿਆ ਰਵੇ। ਆਪ ਜਾਨ ਮਿਲੇ ਕਹਿ ਬਾਤਨ ਪ੍ਰਸੰਨ ਕਰੈ। ਤੇ ਕਦੀ 2-4 ਮਹੀਨਿਆਂ ਬਾਅਦ, 6 ਮਹੀਨਿਆਂ ਬਾਅਦ ਟਾਈਮ ਕੱਢ ਕੇ ਆਪ ਵੀ ਅਨੰਦਪੁਰ ਆ ਜਾਂਦਾ ਤੇ ਮਹਾਰਾਜ ਦੇ ਦਰਸ਼ਨ ਕਰਕੇ ਮਹਾਰਾਜ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਖੁਸ਼ੀ ਪ੍ਰਾਪਤ ਰਹਿਨੇ ਜਿ ਸਹਿਜ ਸੁਭਾਏ ਕਰ। ਤੇ ਮਹਾਰਾਜ ਦਾ ਤਾਂ ਸਹਿਜ ਸੁਭਾਅ ਹੀ ਹੈ ਖੁਸ਼ੀ ਕਰਨੀ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਸਤਿਗੁਰੂ ਸਭਨਾ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਮਹਾਰਾਜ ਸਾਰੀ ਦੁਨੀਆ ਦਾ ਭਲਾ ਕਰਦੇ, ਰਾਜੇ ਉੱਤੇ ਵੀ ਬੜੀ ਕਿਰਪਾ ਕਰਦੇ ਹਨ। ਐਸੇ ਭਈ ਸੰਤ ਸਭ ਦੇਸ਼ਨ ਵਿਦਤ ਹੋਏ। ਇਹ ਗੱਲ ਹੁਣ ਸਾਰੇ ਦੇਸਾਂ, ਪਹਾੜੀਆਂ ਦੇ ਵਿੱਚ, ਇਲਾਕਿਆਂ ਵਿੱਚ ਪਸਰ ਗਈ ਵੀ ਰਾਜੇ ਭੀਮ ਚੰਦ ਦੀ ਤੇ ਗੁਰੂ ਗੋਬਿੰਦ ਸਿੰਘ ਦੀ ਆਪਸ ਸੰਧੀ ਹੋ ਗਈ ਹੈ। ਆਪਸ ਚ ਦੋਵਾਂ ਦਾ ਪਿਆਰ ਬਣ ਗਿਆ ਹੈ। ਪਾਏ ਮਨ ਕਾਮਨਾ ਕੁਨੀ ਮੈਂ ਨਰ ਭਾਏ ਕਰ। ਹੁਣ ਸਾਧ ਸੰਗਤ ਜੀ ਗੁਰੂ ਘਰ ਤੋਂ ਮਨੋ ਕਾਮਨਾ ਪੂਰੀਆਂ ਕਰਵਾਉਂਦਾ ਹੈ
ਤੇ ਬੇਅੰਤ ਸੰਗਤਾਂ ਹੋਰ ਵੀ ਆਉਂਦੀਆਂ ਹਨ। ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੇ। ਸਭ ਦੀਆਂ ਮਨੋਕਾਮਨਾ ਗੁਰੂ ਘਰ ਤੋਂ ਪੂਰੀਆਂ ਹੁੰਦੀਆਂ ਹਨ। ਦਇਆ ਸਿੰਧ ਐਸੀ ਰੀਤ ਸਮੇਂ ਕੋ ਬਤੀਤ ਕਰੈ। ਇਸ ਤਰ੍ਹਾਂ ਦਇਆ ਦੇ ਸਮੁੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਜੀ ਆਪਣਾ ਸਮਾਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਗੁਜ਼ਾਰ ਰਹੇ ਹਨ। ਇੱਕ ਦਿਨ ਸੁੰਦਰੀ ਮਨੋਰਥ ਕੋ ਧਾਰ ਕਰ। ਇੱਕ ਦਿਨ ਸਤਿਗੁਰੂ ਦੇ ਮਹਿਲ ਮਾਤਾ ਸੁੰਦਰੀ ਜੀ ਨੇ ਮਨ ਵਿੱਚ ਮਨੋਰਥ ਕੀਤਾ। ਮਨ ਕੇ ਸਮੀਪ ਹੱਥ ਜੋੜ ਕਰ ਖਰੀ ਭਈ। ਮਾਤਾ ਸੁੰਦਰੀ ਜੀ ਹੱਥ ਜੋੜ ਕੇ ਕੋਲ ਚਰਨਾਂ 'ਚ ਖਲੋ ਗਏ। ਲਾਜ ਕੇ ਸਮੇਤ ਨਿਜ ਕਾਜ ਕੋ ਵਿਚਾਰ ਕਰ। ਔਰ ਨੇਤਰ ਨੀਵੇਂ ਕੀਤੇ ਹਨ। ਬੜੀ ਸ਼ਰਮ ਦੇ ਨਾਲ, ਲਾਜ ਦੇ ਨਾਲ ਆਪਣਾ ਮਨੋਰਥ ਮਹਾਰਾਜ ਦੇ ਚਰਨਾਂ ਵਿੱਚ ਦੱਸਦੇ ਹਨ। ਪਤ ਕੋ ਇਕਾਂਤ ਪਾਏ ਪ੍ਰੇਮ ਉਪਜਾਏ ਅਤ। ਆਪਣੇ ਪਤੀ ਪਰਮੇਸ਼ਰ ਕਲਗੀਧਰ ਜੀ ਨੂੰ ਇਕੱਲਿਆਂ ਬੈਠਿਆਂ ਵੇਖ ਕੇ ਬੜੇ ਪ੍ਰੇਮ ਦੇ ਨਾਲ ਆਨੰਦ ਵਧਾਏ ਤੇਰੀ ਨੀਤੀ ਨਿਜ ਨਾਰ ਕਰ। ਗਰਦਨ ਨੀਵੀਂ ਕਰਕੇ ਤੇ ਚਰਨਾਂ 'ਚ ਬੈਠੇ ਹਨ ਮਾਤਾ ਜੀ ਆ ਕੇ। ਬੋਲੇ ਦੇਖ ਪ੍ਰਭ ਕੌਣ ਸੁਧ ਘਰ ਵਾਲੇ ਹੂੰ ਕੋਈ ਹੂੰ। ਮਹਾਰਾਜ ਸੱਚੇ ਪਾਤਸ਼ਾਹ ਆਪਣੀ ਧਰਮ ਪਤਨੀ ਮਾਤਾ ਸੁੰਦਰੀ ਜੀ ਵੱਲ ਵੇਖ ਕੇ ਬੋਲੇ, ਹਾਂਜੀ ਕੌਣ ਸੁਧ ਘਰ ਵਾਲਿਓ ਕੀ? ਕਹਿੰਦੇ ਵੀ ਕੀ ਹਾਲ ਹੈ ਘਰ ਵਾਲਿਆਂ ਦਾ? ਕਹੋ ਮਨ ਠਾਨ ਠਾਂਡੀ ਭਈ ਜੋ ਚਾਰ ਕਰ। ਦੱਸੋ ਸੁੰਦਰੀ ਜੀ ਕਿਵੇਂ ਖੜੇ ਹੋ? ਮਨ ਵਿੱਚ ਕੀ ਤੁਹਾਡੇ ਮਨੋਰਥ ਹੈ? ਘਟ ਘਟ ਮਾਲਕ ਤੁਮਾਰੇ ਸਭ ਤਾਲਕ। ਕਲਗੀਧਰ ਪਾਤਸ਼ਾਹ ਦਾ ਬਚਨ ਸੁਣ ਕੇ ਮਾਤਾ ਸੁੰਦਰੀ ਜੀ ਕਹਿੰਦੇ, ਸੱਚੇ ਪਾਤਸ਼ਾਹ ਆਪ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਘਟ ਘਟ ਦੀ ਜਾਣਨ ਵਾਲੇ ਹੋ, ਭਲੇ ਬੁਰੇ ਦੇ ਸਭ ਦੇ ਗਿਆਨੀ। ਆਪ ਜੀ ਤੋਂ ਕੋਈ ਚੀਜ਼ ਮਹਾਰਾਜ ਛੁਪੀ ਹੋਈ ਨਹੀਂ ਹੈ। ਪਛਾਨੋ ਤੀਨ ਕਾਲ ਮੈਂ ਸਬਨ ਰੀਤ ਸਬਨ ਗਤ ਮਨ ਕੀ। ਸਾਰੇ ਜੀਵਾਂ ਦੇ ਮਨ ਵਿੱਚ ਕੀ ਚੱਲਦਾ, ਪਹਿਲੇ ਕੀ ਚੱਲਦਾ ਸੀ, ਹੁਣ ਕੀ ਚੱਲ ਰਿਹਾ, ਤੇ ਲੋਕਾਂ ਦੇ ਮਨਾਂ 'ਚ ਆਉਣ ਵਾਲੇ ਸਮੇਂ 'ਚ ਕੀ ਚੱਲਣਾ, ਇਹ ਮਹਾਰਾਜ ਆਪ ਜਾਣਦੇ ਹੋ। ਕਹੋ ਕਹਾਂ ਆਪੇ ਆਗੇ ਬੂਝਨ ਜੋ ਲਾਗੇ ਤੁਮ। ਮਹਾਰਾਜ ਆਪ ਜਾਣਦੇ ਹੀ ਹੋ। ਮੈਨੂੰ ਦੱਸਣ ਦੀ ਕੀ ਲੋੜ ਹੈ? ਜੋ ਤੁਸੀਂ ਪੁੱਛ ਰਹੇ ਹੋ ਮੈਂ ਕੀ ਦੱਸਾਂ? ਆਇਨ ਬਤਾਉ ਤਉ ਨੀਕੀ ਹੈ ਨਾ ਜਾਣ ਕੀ। ਮਹਾਰਾਜ ਜੇ ਮੈਂ ਨਾ ਦੱਸਾਂ ਤਾਂ ਵੀ ਸੰਗਤਾਂ ਦਾ ਭਲਾ ਨਹੀਂ ਹੋਣਾ, ਦਾਸਾਂ ਦਾ ਭਲਾ ਨਹੀਂ ਹੋਣਾ। ਜਗਤ ਕੀ ਸਾਂਝ ਚਿਤ ਚਾਹਤ ਸਦੀਵ ਮੇਰੋ। ਮਹਾਰਾਜ ਮੈਂ ਇੱਕ ਇਸਤਰੀ ਹਾਂ ਤੇ ਮੇਰਾ ਮਨ ਹਮੇਸ਼ਾ ਜਗਤ ਨਾਲ, ਦੁਨੀਆ ਨਾਲ ਸਾਂਝ ਪਾ ਕੇ ਰੱਖਣੀ ਚਾਹੁੰਦਾ ਹੈ। ਔਰ ਜਗਤ ਦੀ ਸਾਂਝ ਕਿਵੇਂ ਹੁੰਦੀ ਹੈ? ਜਸ ਪੂਤ ਦੁੱਤ ਧਾਰ ਤੋ ਮਤਾਨ ਕੀ। ਉਹ ਹੁੰਦੀ ਜੇ ਮਾਂ ਦੀ ਗੋਦੀ 'ਚ ਪੁੱਤਰ ਹੋਵੇ। ਤੁਹਾਡੇ ਵਰਗਾ ਸੱਚੇ ਪਾਤਸ਼ਾਹ ਸੋਹਣਾ ਸੁਨੱਖਾ ਪੁੱਤਰ ਮੇਰੀ ਗੋਦੀ 'ਚ ਖੇਡੇ, ਇਹੀ ਮੇਰੇ ਮਨ ਦੀ ਇੱਛਾ ਹੈ। ਜਿਨ ਕੋ ਚਿਤ ਐਸ ਚਾਹਤ ਹਮੇਸ਼ ਤੈਸੇ। ਹਰ ਇਸਤਰੀ ਚਾਹੁੰਦੀ ਹੈ ਵੀ ਮੇਰਾ ਪੁੱਤਰ ਮੇਰੇ ਪਤੀ ਵਰਗਾ ਹੀ ਸੁੰਦਰ, ਨੌਜਵਾਨ, ਸੂਰਮਾ, ਬਲੀ ਪੈਦਾ ਹੋਵੇ। ਪਤ ਕੀ ਪ੍ਰਸੰਨਤਾ ਕੇ ਸੁਤ ਰੂਪ ਧਨ ਕੀ। ਜਾਂ ਤਾਂ ਇਸਤਰੀ ਨੂੰ ਇੱਛਾ ਹੁੰਦੀ ਹੈ ਪਤੀ ਦੀ ਪ੍ਰਸੰਨਤਾ, ਮੇਰਾ ਪਤੀ ਖੁਸ਼ ਹੋਵੇ, ਜਾਂ ਫਿਰ ਉਹਨੂੰ ਦੀ ਮੇਰੇ ਘਰ ਪੁੱਤਰ ਸੋਹਣੇ ਸੁੰਦਰ ਹੋਣ। ਤੇ ਤੀਸਰੀ ਔਰਤ ਦੀ ਇੱਛਾ ਹੁੰਦੀ ਹੈ ਵੀ ਮੈਨੂੰ ਕੱਪੜਾ, ਗਹਿਣਾ, ਧਨ, ਪੈਸਾ ਵੀ ਮੇਰੇ ਕੋਲ ਹੋਵੇ। ਇਹ ਤਿੰਨੇ ਹੀ ਇੱਛਾਵਾਂ ਹੁੰਦੀਆਂ ਨੇ ਔਰਤ ਨੂੰ। ਹਾਂਜੀ, ਬਿਨਾ ਸੁਨ ਸੁੰਦਰੀ ਕੀ ਸੁੰਦਰ ਸੁਨੰਦ ਹੇਤ। ਮਾਤਾ ਸੁੰਦਰੀ ਜੀ ਦੀ ਇੱਛਾ ਸੀ ਮੇਰੇ ਘਰ ਪੁੱਤਰ ਹੋਵੇ। ਪੁੱਤਰ ਵਾਸਤੇ ਜਿਹੜੀ ਇੱਛਾ ਸੀ, ਸ੍ਰੀ ਗੋਬਿੰਦ ਸਿੰਘ ਸੁਖ ਕੰਦ ਬਾਰ ਦੀਨਿਓ। ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਜਾਣ ਕੇ ਮਾਤਾ ਸੁੰਦਰੀ ਜੀ ਨੂੰ ਵਰ ਦਿੱਤਾ। ਆਇ ਮਨ ਕਾਮਨਾ ਕੋ ਕੇਤਕ ਸਮੈ ਮੈਂ ਅਬ। ਕਹਿਣ ਲੱਗੇ ਸੁੰਦਰੀ ਜੀ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਤੁਹਾਡੀ ਮਨੋਕਾਮਨਾ ਪੂਰੀ ਹੋਵੇਗੀ। ਐਸਾ ਵੀ ਸੁਣਿਆ ਕਿ ਮਹਾਰਾਜ ਦੇ ਸਾਹਿਬਜ਼ਾਦੇ ਅਜੀਤ ਸਿੰਘ ਦਾ ਜਨਮ ਪੌਂਟੇ ਸਾਹਿਬ ਹੋਇਆ ਸੀ। ਭਾਵੇਂ ਭਾਈ ਸਾਹਿਬ ਇਹ ਪ੍ਰਸੰਗ ਅਨੰਦਪੁਰ ਸਾਹਿਬ ਦੇ ਪ੍ਰਕਰਣ ਵਿੱਚ ਲਿਖ ਰਹੇ ਨੇ, ਪਰ ਜ਼ਿਆਦਾਤਰ ਪ੍ਰਚਲਿਤ ਹੈ ਵੀ ਸਾਹਿਬਜ਼ਾਦਾ ਅਜੀਤ ਸਿੰਘ ਪੌਂਟਾ ਸਾਹਿਬ, ਉੱਥੇ ਮਾਤਾ ਸੁੰਦਰੀ ਜੀ ਤੇ ਮਾਤਾ ਗੁਜਰੀ ਜੀ, ਇਹ ਦੋਵਾਂ ਨੇ ਹੀ ਸਤਿਗੁਰੂ ਕਲਗੀਧਰ ਜੀ ਨੂੰ ਇਹ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ, ਪੁੱਤੀ ਗੰਢ ਪਵੈ ਸੰਸਾਰ। ਆਪ ਜੀ ਕੋਈ ਵਰ ਦਿਓ, ਸਾਡੇ ਘਰ ਆਉਣ ਵਾਲੇ ਪੀੜ੍ਹੀ ਜਿਹੜੀ ਅੱਗੇ ਚੱਲੇ, ਪੁੱਤਰ ਹੋਵੇ ਤੁਹਾਡੇ ਘਰ। ਤਾਂ ਮਹਾਰਾਜ ਨੇ ਸ੍ਰੀ ਅਕਾਲ ਉਸਤਤ ਬਾਣੀ ਉਚਾਰਨ ਕਰਕੇ ਮਾਤਾ ਸੁੰਦਰੀ ਤੇ ਮਾਤਾ ਗੁਜਰੀ ਜੀ ਨੂੰ ਨਿਤਨੇਮ ਕਰਨ ਲਈ ਕਿਹਾ ਸੀ।
ਮਾਤਾ ਸੁੰਦਰੀ ਜੀ ਅਕਾਲ ਉਸਤਤ ਦਾ ਪਾਠ ਕਰਿਆ ਕਰਦੇ ਸਨ। ਸਮਾਂ ਪਾ ਕੇ ਉਹਨਾਂ ਦੇ ਘਰ ਸੂਰਬੀਰ ਪੁੱਤਰ ਦਾ ਜਨਮ ਹੋਇਆ। ਸੋ ਮਹਾਰਾਜ ਵਰ ਦੇ ਰਹੇ ਹਨ। ਸੁਨ ਕੀ ਪਾਇਮਾਨ ਕਾਮਨਾ ਕੋ ਕੇਤਕ ਸਮੇਂ ਮੈਂ ਅਬ। ਮਹਾਰਾਜ ਕਹਿੰਦੇ ਥੋੜੇ ਸਮੇਂ 'ਚ ਤੁਹਾਡੀ ਮਨੋਕਾਮਨਾ ਪਰਮੇਸ਼ਰ ਪੂਰੀ ਕਰਨਗੇ। ਸੁਨ ਕੀਨ ਬੰਦਨ ਆਨੰਦ ਔਰ ਚੀਨਿਓ। ਕਹਿੰਦੇ ਸਾਰਿਆਂ ਨੇ ਮਹਾਰਾਜ ਦੇ ਬਚਨ ਸੁਣ ਕੇ ਮਾਤਾ ਸੁੰਦਰੀ ਜੀ ਨੇ ਚਰਨਾਂ ਦੇ ਮੱਥਾ ਟੇਕਿਆ। ਲਾਲਸਾ ਸੁਜਾਨਕਾਰ ਸ੍ਰੀ ਗੁਰੂ ਸੁਜਾਨ ਮਨ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਧਰਮ ਪਤਨੀ ਮਾਤਾ ਜੀ ਦੇ ਮਨ ਦੀ, ਮਾਤਾ ਸੁੰਦਰੀ ਜੀ ਦੀ ਲਾਲਸਾ ਜਾਣ ਕਰਕੇ ਮਹਿਲ ਤਿਸੀ ਕੇ ਬਾਸ ਜਾਏ ਕਰ ਕੀਨਿਓ। ਉਸੇ ਮਹਿਲਾਂ ਵਿੱਚ ਵਾਸ ਕੀਤਾ ਹੈ ਜਿੱਥੇ ਮਾਤਾ ਸੁੰਦਰੀ ਜੀ ਨਿਵਾਸ ਕਰਦੇ ਹਨ। ਰਸ ਜੋਗ ਰਾਜ ਸਗਰੇ ਦਿਖਾਈ ਨੀਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਜੋ ਵੀ ਸੰਸਾਰ ਦੀ ਮਰਜ਼ਾਦਾ ਹੈ, ਕੋਕ ਰਸ ਜੋਗ ਰਸ, ਇਹ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਰਹਿੰਦੇ ਵੀ ਮਹਾਂਪੁਰਸ਼ਾਂ ਦੀ ਬਿਰਤੀ ਸੰਸਾਰ ਵਿੱਚ ਲਿਪਾਏ ਮਾਨ ਨਹੀਂ ਹੁੰਦੀ, ਉਹ ਇੱਥੇ ਕਵੀ ਜੀ ਦੱਸ ਰਹੇ ਹਨ। ਜੇਤਕ ਮਨੋਰਥ ਕਰਤ ਪੂਰ ਲੀਨਿਓ। ਉਹ ਮਨੋਰਥ ਮਾਤਾ ਸੁੰਦਰੀ ਜੀ ਦਾ ਪੂਰਨ ਕਰ ਦਿੱਤਾ ਹੈ। ਦੋਹਰਾ ਭਈ ਸਗਰਭਾ ਸੁੰਦਰੀ। ਮਾਤਾ ਸੁੰਦਰੀ ਜੀ ਉਸ ਵੇਲੇ ਗਰਭਵਤੀ ਹੋ ਗਏ ਹਨ। ਸੁੰਦਰ ਦਿਪਹਿ ਸਰੂਪ। ਜਿਉਂ ਹੀ ਉਹਨਾਂ ਦੇ ਕੁੱਖ ਵਿੱਚ ਸਾਹਿਬਜ਼ਾਦੇ ਨੇ ਨਿਵਾਸ ਕੀਤਾ ਹੈ, ਮਾਤਾ ਜੀ ਦਾ ਸੁੰਦਰ ਸਰੂਪ ਬਹੁਤ ਜ਼ਿਆਦਾ ਹੀ ਸੁੰਦਰ ਲੱਗਣ ਲੱਗ ਪਿਆ ਹੈ। ਤੇ ਆਨੰਦ ਬਿਲੰਦ ਕਰ। ਬੜਾ ਹੀ ਆਨੰਦ ਖੁਸ਼ੀ ਮਨ ਵਿੱਚ ਆਈ ਹੈ ਵਾਂਚਤ ਆਨੰਦ ਅਨੂਪ। ਔਰ ਬੜਾ ਹੀ ਆਨੰਦ ਬਣਿਆ ਹੈ। ਤੇ ਗਏ ਨਵ ਮਾਸ ਜਬ। ਜਦੋਂ ਸਾਧ ਸੰਗਤ ਜੀ 9 ਮਹੀਨੇ ਪੂਰੇ ਹੋਏ ਨੇ, ਦਸਮ ਪ੍ਰਵਿਰਤਿਓ ਫੇਰ। 10ਵਾਂ ਮਹੀਨਾ ਚੜਿਆ ਹੈ, ਹੋਇਓ ਸਮੈ ਪ੍ਰਸੂਤ ਸੋ। ਉਸ ਵੇਲੇ ਸਾਹਿਬਜ਼ਾਦੇ ਦੇ ਜਨਮ ਦਾ ਸਮਾਂ ਹੋਇਆ ਹੈ। ਗੁਜਰੀ ਮੁਦਤ ਬਡੇਰ। ਮਾਤਾ ਗੁਜਰੀ ਜੀ ਬੜੇ ਖੁਸ਼ ਹਨ। ਮਾਘ ਮਾਸ ਪਗ ਪਾਛਲੋ। ਔਰ ਮਾਘ ਦੇ ਮਹੀਨੇ ਦਾ ਪਿਛਲਾ ਪੱਖ ਸੀ, ਸ਼ੁਕਲ ਪੱਖ ਸੀ, ਚੌਥ ਤਿਥੀ ਭ੍ਰਿਗਵਾਰ। ਔਰ ਚੌਥ ਤਿਥੀ ਸੀ ਤੇ ਮਾਘ ਸੁਦੀ ਚੌਥ ਤੇ ਸ਼ੁੱਕਰਵਾਰ ਦਾ ਦਿਹਾੜਾ ਸੀ। ਭਲੇ ਲਗਨ ਗ੍ਰਹਿ ਉੱਚ ਕਿਤਾਬ। ਕਹਿੰਦੇ ਉਸ ਵੇਲੇ ਚੰਗੇ ਗ੍ਰਹਿ ਲਗਨ ਸਨ। ਜਨਮਿਓ ਪੁੱਤਰ ਉਦਾਰ। ਉਸ ਵੇਲੇ ਸਾਹਿਬਜ਼ਾਦੇ ਦਾ ਜਨਮ ਹੋਇਆ ਜਿਹਦਾ ਨਾਮ ਬਾਬਾ ਅਜੀਤ ਸਿੰਘ ਜੀ ਰੱਖਿਆ ਗਿਆ। ਸੋ ਸਾਧ ਸੰਗਤ ਜੀ, ਇਹ ਪੌਂਟਾ ਸਾਹਿਬ ਵੀ ਇਤਿਹਾਸ ਵਿੱਚ ਉੱਥੇ ਜਨਮ ਹੋਇਆ ਮੰਨਿਆ ਜਾਂਦਾ ਹੈ। ਤੇ ਕਵੀ ਜੀ ਨੇ ਇੱਥੇ ਗੁਰੂ ਅਨੰਦਪੁਰ ਸਾਹਿਬ ਦੇ ਪ੍ਰਕਰਨ ਵਿੱਚ ਲਿਖਿਆ ਹੈ, ਕੋਈ ਸ਼ੰਕਾ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਮਹਾਂਪੁਰਸ਼ ਜਿਹੜੇ ਹਨ ਉਹ ਕਈ ਵਾਰੀ ਬੜੀ ਉੱਚੀ ਅਵਸਥਾ ਵਿੱਚ ਕਥਾ ਕਹਿ ਜਾਂਦੇ ਹਨ। ਅਨੁਭਵੀ ਲੋਕ ਜਿਹੜੇ ਸ਼ਰਧਾਵਾਨ ਉਹ ਸਮਝ ਜਾਂਦੇ ਹਨ, ਨਾਸਤਿਕ ਲੋਕ ਸ਼ੰਕਿਆਂ 'ਚ ਪਏ ਰਹਿੰਦੇ ਹਨ। ਸੋ ਸ਼ੰਕਾ ਨਹੀਂ ਕਰਨਾ ਕਿ ਉੱਥੇ ਪ੍ਰਸੰਗ ਵਿੱਚ ਨਹੀਂ ਆਇਆ। ਸੋ ਪੌਂਟੇ ਸਾਹਿਬ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ, ਇਹ ਜ਼ਿਆਦਾ ਪ੍ਰਚਲਿਤ ਹੈ। ਔਰ ਭਾਈ ਸਾਹਿਬ ਨੇ ਵੀ ਪ੍ਰਸੰਗ ਉੱਥੇ ਲਿਖਣਾ ਸੀ, ਇੱਥੇ ਲਿਖ ਦਿੱਤਾ। ਸੋ ਗੁਰੂ ਸਾਹਿਬ ਜੀ ਦੇ ਘਰ ਸਾਹਿਬਜ਼ਾਦੇ ਦੇ ਜਨਮ, ਇਸ ਦੀਆਂ ਆਪ ਜੀ ਨੂੰ ਵਧਾਈਆਂ ਹੋਣ। ਇਹ ਪ੍ਰਸੰਗ ਸਰਵਣ ਕੀਤਾ ਹੈ। ਨਾਮ ਬਾਬਾ ਅਜੀਤ ਸਿੰਘ ਇਸ ਕਰਕੇ ਰੱਖਿਆ ਸੀ ਕਿ ਭੰਗਾਣੀ ਦਾ ਜੰਗ ਜਿੱਤ ਕੇ ਆਏ ਸਨ। ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ। ਕਹਿੰਦੇ ਨਾਮ ਅਜੀਤ ਸੀ, ਕਿਸੇ ਕੋਲੋਂ ਜਿੱਤਿਆ ਵੀ ਨਹੀਂ ਗਿਆ, ਤੇ ਹਰ ਮੈਦਾਨ ਵਿੱਚ ਫਤਿਹ ਪਾਉਣ ਵਾਲਾ ਉਹ ਮਹਾਬਲੀ ਸੂਰਮਾ ਪੁੱਤਰ ਕਲਗੀਧਰ ਪਾਤਸ਼ਾਹ ਦੇ ਘਰ ਪੈਦਾ ਹੋਇਆ। ਇਸ ਤੋਂ ਅਗਲੀ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ